ਵਾਹਿਗੁਰੂ 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 ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਸਾਹਿਬ ਜੀ ਰਾਗ ਗੌੜੀ ਮਹਿਲਾ ਪੰਜਵਾਂ ਓਜ ਬਲਬੀਰ ਬਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਅੰਗੁਰੀਆ ਓਜ ਬਲਬੀਰ ਬਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਅੰਗੁਰੀਆ ਸਰਵਣ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪੇਂਗੁਰੀਆ ਦੀਨਾਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਵਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਚਰਨ ਕਵਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਗਰੀਬ ਨਿਵਾਜ ਨਿਆਸਰਿਆਂ ਦੇ ਆਸਰੇ ਨਿਓਟਿਆਂ ਦੀ ਓਟ ਨਿਥਾਵਿਆਂ ਦੇ ਥਾਵ ਹਾਜਰਾ ਹਜੂਰ ਜਾਹਰਾ ਜਹੂਰ
ਗੁਰਤਾ ਗੱਦੀ ਤੇ ਸੁਭਾਏ ਮਾਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਬਹੁਤ ਲੰਮੇ ਸਮੇਂ ਤੋਂ ਹਾਜ਼ਰੀ ਭਰ ਰਹੇ ਹੋ। ਆਓ ਉਸੇ ਇਕਾਗਰਤਾ ਨੂੰ ਬਰਕਰਾਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪਿਆਰ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਵਾਜਿਆ ਹੈ। ਆਓ ਮਨਾਂ ਦੀ ਇਕਾਗਰਤਾ ਬਣਾਉਣ ਦੇ ਲਈ ਗੁਰਬਾਣੀ ਦਾ ਸ਼ਬਦ ਪੜ੍ਹ ਲਈਏ। ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਆ ਸਾਰਿਆਂ ਨੇ ਹਾਜ਼ਰੀ ਲਗਾਉਣੀ ਆ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ। ਆਓ ਆਪਣੀ ਰਸਨਾ ਨੂੰ ਪਵਿੱਤਰ ਕਰ ਲਈਏ ਜੀ। ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ। सेई पए निहाल, सेई पए निहाल, नानक नाम आराधना, नानक नाम आराधना, कारज आवे रास, कारज आवे रास, गुरपूरा जिन सिमरिया, गुरपूरा जिन सिमरिया, सेई पए निहाल, सेई पए निहाल, सतगुरु जी समझाउंदे ने जिन्हां ने अपने पूरे गुरु नूं सिमरिया। हुण सब तो पहलां ते असीं पूरे नूं सिमरना, अधूरियां कोल नहीं जाना। ਜਿਹੜੇ ਅਧੂਰੇ ਨੇ ਉਹ ਸਾਨੂੰ ਡੋਬ ਦਿੰਦੇ ਨੇ, ਪੂਰਾ ਹੀ ਪਾਰ ਕਰ ਸਕਦਾ ਹੈ। ਜਿਹਨੇ ਪੂਰੇ ਗੁਰੂ ਨੂੰ ਸਿਮਰਿਆ ਉਹ ਨਿਹਾਲ ਹੋ ਗਏ। ਸਤਿਗੁਰੂ ਜੀ ਸਮਝਾਉਂਦੇ ਨੇ, ਨਾਨਕ ਨਾਮ ਆਰਾਧਨਾ ਕਾਰਜ ਆਵੇ। ਉਹਨਾਂ ਦਾ ਜ਼ਿੰਦਗੀ ਦਾ ਮਨੋਰਥ, ਜ਼ਿੰਦਗੀ ਦਾ ਕੰਮ ਰਾਸ ਆ ਗਿਆ। ਉਹ ਜਨਮ ਸਵਾਰ ਕੇ ਗਏ ਕੌਣ? ਜਿਨ੍ਹਾਂ ਨੇ ਨਾਮ ਨੂੰ ਆਰਾਧਿਆ ਹੈ। ਹੁਣ ਨਾਮ ਕੀ ਹੈ? ਮਾਲਕ ਜੀ ਦੀ ਹੋਂਦ ਨੂੰ ਵੀ ਨਾਮ ਕਹਿੰਦੇ ਨੇ। ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ, ਨਾਲ ਨਾਲ ਬੋਲਿਆ ਕਰੀਏ, ਬਿਨ ਨਾਵੈ ਨਾਹੀ ਕੋ ਥਾਉ। ਮਾਲਕ ਜੀ ਦੀ ਹੋਂਦ ਨੂੰ ਵੀ ਨਾਮ ਕਿਹਾ ਜਾਂਦਾ ਹੈ। ਜਦੋਂ ਆਪਾਂ ਹੋਂਦ ਦਾ ਅਹਿਸਾਸ ਕਰਦੇ ਹਾਂ ਨਾ ਵੀ ਹਰੇਕ ਜਗ੍ਹਾ ਤੇ ਸਾਨੂੰ ਰੱਬ ਵੇਖਦਾ ਹੈ, ਉਦੋਂ ਅਸੀਂ ਨਾਮ ਜਪ ਰਹੇ ਹੁੰਦੇ ਹਾਂ। ਤੇ ਗੁਰੂ ਦੀ ਬਾਣੀ ਵੀ ਨਾਮ ਹੈ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ। ਇਹਨੂੰ ਹਿਰਦੇ 'ਚ ਵਸਾਉਣਾ। ਸਤਿਗੁਰੂ ਜੀ ਕਹਿੰਦੇ ਨਾਮ ਹਿਰਦੈ ਵਸਾਈ, ਇਹਨੂੰ ਅੰਦਰ ਲੈ ਜਾ। ਨਾਮ ਬਾਣੀ ਹੈ, ਬਾਣੀ ਦਾ ਇੱਕ ਇੱਕ ਸ਼ਬਦ ਨਾਮ ਹੈ। ਆਓ ਸਤ ਸੰਗਤ ਦੀਆਂ ਘੜੀਆਂ ਮਿਲੀਆਂ ਨੇ, ਨਾਮ ਜਪੀਏ, ਬਾਣੀ ਦੇ ਸ਼ਬਦ ਨਾਲ ਜੁੜੀਏ ਜੀ। ਜਿਸ ਸ਼ਬਦ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ
गुरु अर्जन साहिब जी का उचारण किया होया है। गौड़ी राग दे विच ये शब्द है। गुरु ग्रंथ साहिब जी के पावन अंक 203 उपर सभाईमान है। किन्ने अंग दे उपर जी? उच्ची आवाज में दसियो। 203 दे उत्ते। ते किहड़े राग विच है? गौड़ी राग दे विच। किहड़े पातशाह जी ने उचारण किया? पंजवें नानक धन गुरु अर्जन साहिब जी ने। सतगुरु जी इस शब्द विच सानू समझा रहे ने। जदों भी असीं बाबे दी बाणी पढ़ते हैं ना, सतगुरु जी ने गुरबाणी दे विच भावें आपां मूल मंत्र तो गल शुरू कर लईए, गुरबाणी च सानू ये गल बार बार दृढ़ कराई है भी पुत परमात्मा विच जिहड़े गुण ने ना, जिन्हें तेनू रचिया है, पैदा किया है, बनाया है, ਜਿਹੜੇ गुण ਉਹਦੇ ਵਿੱਚ ਨੇ ਉਹਨਾਂ ਗੁਣਾਂ ਨੂੰ ਤੂੰ ਆਪਣੇ ਜੀਵਨ 'ਚ ਲੈ ਕੇ ਆ। ਇਹ ਤਾਦੀ ਹੋਏਗਾ ਜਦੋਂ ਬਣਾਉਣ ਵਾਲਾ ਚੇਤੇ ਹੋਏਗਾ। ਸਾਡੇ ਤੇ ਹਾਲਾਤ ਕਿੱਦਾਂ ਦੇ ਹੋ ਗਏ ਬਿਰਲੀਆਂ ਨੂੰ ਛੱਡ ਕੇ। ਸਤਿਗੁਰੂ ਜੀ ਬਿਆਨ ਕਰਦੇ ਹਨ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ। बाणी पढ़न वाली संगत बैठी हो, ये आप रोज गुरुद्वारा साहब विच सुनते हैं। लगाओ हाजरी, करिए रसना नूं पवित्र, कोई रसना वांझी ना रह जाए। जिन हर तेरा रचन रचिया सो हर मन मन ना वसाया। तू उन्होंने मन च ही नहीं वसाया जिन्हें तेरा रचन रची है। तू उन्होंने मन च वसा, उहदे गुणां नूं वेख ते वो गुण तू अपने जीवन च लागू कर। सतगुरु जी शुरुआत विच ही दसदे है ना, वो निरभव है, वो निरवैर है। जे तेरा रचन रचन वाला निरवैर है, जे वो निरभव है तो तू भी निरभव हो जा। एक रब तो बिना तेनों किसी दूजे का डर नहीं होना चाहिए। सतगुरु जी तो इत्थों तक दसदे ने, पै काहू को देत नह नह पै मानत आन। कह नानक सुन रे मना ज्ञानी ताहे बखान। ਉਹਨੂੰ ਗਿਆਨੀ ਕਿਹਾ ਜਾਂਦਾ है। गुरु जी कहते मैं ਉਹਨੂੰ ਗਿਆਨੀ कहने, ਜਿਹੜਾ ना किसी ਨੂੰ डर ਦਿੰਦਾ ਤੇ ना किसी ਦਾ डर ਮੰਨਦਾ है, ना डराउंदा है ते ना डरदा है। जदों मालक निरभव है ते उहदे बच्चे भी निरभव होने चाहिए ने। सतगुरु जी तो इत्थों तक सानू बेफिक्र करते हैं। जदों बाणी पढ़ते हैं ना, गुरु जी समझाते ने, पुत एवें ना डरिया कर, एवें ना घबराया कर, चेते रखी मेरी गल। सतगुरु जी सानू सारियां नू समझा रहे ने, कहन लगे पुत याद रखी मेरी गल, तू मैं तेनू दसना चाहुंदा है। हर बिन कोई मार जिवाल ना सकै। बंदा मौत तो डरदा है ना, कोई मार ही ना दे, कोई शराप ही ना दे दे। सतगुरु जी कहन लगे तू मेरी गल गौर नाल सुन। हर बिन कोई मार जिवाल ना सकै, मन होए निश्चिंत निसल होए रही है। तू बेफिक्र हो जा, ये मालक दे हाथ विच है जन्म देना ते मौत देनी। ਉਹਦੇ बिना ना तेनों कोई जन्म दे सकता ना कोई मार सकता है। असीं उदों ही इस दुनिया चों जाने हैं जदों उहदे घर चों सुनेहा आउंदा है। फिर तू क्यों डरदा? तू निरभव क्यों नहीं हो जाता? तू निरवैर हो, जिहड़े गुण मालक विच ने वो तू अपने अंदर लैके आ। इसे तरह धन गुरु अर्जन साहिब जी सानू इस शब्द विच समझा रहे हैं, जिहड़े गुण मालक विच ने ना, किहड़े गुण ने दस रहे ने इस पावन शब्द दे विच। 203 अंग दे उपर आवाज मार के आखदे ने, भुज बल बीर ब्रह्म सुख सागर, गरत परत गह लेह अंगुरिया रहाओ। ये शब्द की पहली पंक्ति है,
ਤੇ ਇਸੇ ਪੰਗਤੀ ਦੇ ਨਾਲ ਰਹਾਉ ਲਿਖਿਆ ਹੋਇਆ ਹੈ। ਰਹਾਉ ਦਾ ਅਰਥ ਹੁੰਦਾ ਹੈ ਠਹਿਰਾਓ, ਠਹਿਰ ਜਾਓ, ਰੁਕ ਜਾਓ, ਵਿਚਾਰ ਕਰੋ। ਜਿਸ ਪੰਗਤੀ ਦੇ ਪਿੱਛੇ ਰਹਾਉ ਲਿਖਿਆ ਜਾਵੇ, ਉਹਨਾਂ ਤੁਕਾਂ ਦੇ ਵਿੱਚ, ਉਸ ਤੁਕ ਦੇ ਵਿੱਚ ਪੂਰੇ ਸ਼ਬਦ ਦਾ ਅੰਤਰਿਕ ਭਾਵ ਹੁੰਦਾ ਹੈ। ਸਾਰਾ ਸ਼ਬਦ ਉਸ ਪੰਗਤੀ ਦੇ ਆਲੇ ਦੁਆਲੇ ਘੁੰਮਦਾ ਹੁੰਦਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਭੁਜ ਬਲ। ਸਭ ਤੋਂ ਪਹਿਲਾਂ ਗੱਲ ਹੈ ਭੁਜ ਬਲ। ਭੁਜ ਦਾ ਅਰਥ ਹੈ ਭੁਜਾਂ ਕਹਿ ਲਈਏ, ਬਾਹਾਂ ਕਹਿ ਲਈਏ। ਬਲ ਦਾ ਅਰਥ ਹੈ ਤਾਕਤ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਪੁੱਤ ਜਿਹੜਾ ਉਹ ਮਾਲਕ ਹੈ ਨਾ, ਜਿਹਨੇ ਤੇਰਾ ਰਚਨ ਰਚੀਏ ਤੈਨੂੰ ਬਣਾਇਆ ਹੋਇਆ ਹੈ, ਜੋ ਤੈਨੂੰ ਸਵਾਸ ਦੇਣ ਵਾਲਾ ਹੈ, ਜੋ ਤੈਨੂੰ ਘਰ ਬਾਰ ਦੇਣ ਵਾਲਾ ਹੈ, ਪੁੱਤਰ ਧੀਆਂ ਬਖਸ਼ਣ ਵਾਲਾ ਹੈ, ਰਿਸ਼ਤੇ ਨਾਤੇ ਦੇਣ ਵਾਲਾ ਹੈ, ਉਸ ਮਾਲਕ ਦੀਆਂ ਭੁਜਾਂ ਵਿੱਚ, ਬਾਹਾਂ ਦੇ ਵਿੱਚ ਬਹੁਤ ਬਲ ਹੈ, ਬੜੀ ਤਾਕਤ ਹੈ ਉਹਦੀਆਂ ਬਾਹਾਂ ਦੇ ਵਿੱਚ, ਬਹੁਤ ਸਮਰੱਥਾ ਹੈ। ਗੁਰਬਾਣੀ ਵਿੱਚ ਮਾਲਕ ਜੀ ਦਾ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਬਿਆਨ ਕੀਤਾ ਹੈ। ਮਾਲਕ ਜੀ ਦੀਆਂ ਬਾਹਾਂ ਵਿੱਚ ਬੜੀ ਤਾਕਤ ਹੈ, ਉਹ ਭੁਜ ਬਲ ਵਾਲਾ ਹੈ, ਉਹਦੀਆਂ ਬਾਹਾਂ 'ਚ ਬੜੀ ਤਾਕਤ ਹੈ। ਹੁਣ ਵੇਖੋ, ਸਾਡੇ ਮਾਲਕ ਦੀਆਂ ਬਾਹਾਂ 'ਚ ਤੇ ਬਹੁਤ ਤਾਕਤ ਹੈ, ਅਸੀਂ ਉਹਦੇ ਬੱਚੇ ਹਾਂ। ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਪੁੱਤ ਤੇਰੀਆਂ ਬਾਹਾਂ 'ਚ ਵੀ ਤਾਕਤ ਹੋਣੀ ਚਾਹੀਦੀ ਆ, ਤੇਰੀਆਂ ਬਾਹਾਂ 'ਚ ਵੀ ਜ਼ੋਰ ਹੋਣਾ ਚਾਹੀਦਾ। ਜੇ ਸਾਡੇ ਬਾਪੂ ਦੀਆਂ ਬਾਹਾਂ 'ਚ ਤਾਕਤ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਡੀਆਂ ਬਾਹਾਂ 'ਚ ਵੀ ਜ਼ੋਰ ਹੋਣਾ ਚਾਹੀਦਾ ਹੈ ਨਾ। ਸਾਡੀਆਂ ਬਾਹਾਂ ਵਿੱਚ ਤਾਕਤ ਭਰਨ ਦੇ ਲਈ ਜਦੋਂ ਸਮੇਂ ਦੀ ਹਕੂਮਤ ਫਕੀਰੀ ਨੂੰ ਬੁਜ਼ਦਿਲੀ ਸਮਝਣ ਲੱਗੀ ਸੀ, ਉਦੋਂ ਮੇਰੀ ਪੀਰੀ ਦੇ ਮਾਲਕ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆ ਨਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਸੇ ਸਮੇਂ 2 ਕਿਰਪਾਨਾਂ ਪਹਿਨਦੇ ਨੇ। ਇਸ ਹਕੂਮਤ ਨੂੰ ਦੱਸਣ ਦੀ ਲੋੜ ਹੈ। ਗੁਰੂ ਪਿਤਾ ਜੀ ਕਹਿਣ ਲੱਗੇ, ਫਕੀਰੀ ਬੁਜ਼ਦਿਲੀ ਨਹੀਂ ਹੈ। ਜਦੋਂ ਅਗਿਆਨਤਾ ਦਾ ਧੱਕਾ ਸੀ, ਅਗਿਆਨਤਾ ਦਾ ਹਨੇਰਾ ਸੀ, ਉਦੋਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਨੇ ਗਿਆਨ ਦੀ ਖੜਕ ਦੇ ਨਾਲ ਅਗਿਆਨਤਾ ਦੇ ਧੱਕੇ ਨੂੰ ਦੂਰ ਕੀਤਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਉਹਨਾਂ ਵੇਖੀ ਹੈ ਹੁਣ ਨਾਲ ਨਾਲ ਹਕੂਮਤ ਦਾ ਧੱਕਾ ਵੀ ਹੋਣ ਲੱਗ ਗਿਆ। ਇਹ ਜ਼ਾਲਮ ਹਕੂਮਤ ਫਕੀਰੀ ਨੂੰ ਬੁਜ਼ਦਿਲੀ ਸਮਝ ਰਹੀ ਆ। ਕਿਵੇਂ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਇਹਨਾਂ ਜ਼ਾਲਮਾਂ ਸ਼ਹੀਦ ਕਰ ਦਿੱਤਾ। ਹੁਣ ਸਮਾਂ ਆ ਗਿਆ ਹਕੂਮਤ ਦੇ ਧੱਕੇ ਨੂੰ ਦੂਰ ਕਰਨ ਦੇ ਲਈ। ਜਿੱਥੇ ਗਿਆਨ ਦੀ ਖੜਕ ਫੜੀ ਹੈ ਨਾ ਗੁਰੂ ਜੀ ਨੇ, ਉੱਥੇ ਨਾਲ ਲੋਹ ਖੜਕ ਨੂੰ ਵੀ ਹੱਥ ਪਾ ਲਿਆ। ਜਿੱਥੇ ਰਬਾਬ ਬਖਸ਼ੀ, ਉੱਥੇ ਨਾਲ ਨਗਾਰਾ ਬਖਸ਼ ਰਹੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਚੇਤੇ ਰੱਖਿਓ, ਰਬਾਬ ਨੂੰ ਪਾਸੇ ਨਹੀਂ ਸੀ ਕੀਤਾ ਗੁਰੂ ਹਰਗੋਬਿੰਦ ਜੀ ਨੇ। ਰਬਾਬ ਦੇ ਨਾਲ ਨਾਲ ਸਾਨੂੰ ਕਿਰਪਾਨ ਦਿੱਤੀ, ਸਾਡੀਆਂ ਬਾਹਾਂ 'ਚ ਤਾਕਤ ਆ ਜਾਏ। ਫਿਰ 10ਵੇਂ ਜਾਮੇ ਵਿੱਚ ਆ ਕੇ ਕਕਾਰ ਰੂਪ ਵਿੱਚ ਕਹਿ ਦਿੱਤਾ, ਸਦਾ ਕੋਲੇ ਰੱਖਣੀ ਆ। ਆਪਣੀ ਕੌਮ ਹੋਲਾ ਮਹੱਲਾ ਮਨਾ ਕੇ ਹਟਿਆ। ਆਏ ਸਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਵੇਂ ਉਮਾਂ ਦੇ ਨਾਲ, ਉਤਸ਼ਾਹ ਦੇ ਨਾਲ ਸੰਗਤਾਂ ਪਹੁੰਚਦੀਆਂ ਨੇ। ਹੋਲੇ ਮਹੱਲੇ ਵਾਲੇ ਦਿਨ ਕੀ ਹੋਇਆ ਸੀ? ਇਤਿਹਾਸ ਗਵਾਹੀ ਭਰਦਾ ਹੈ ਕਿ ਇਸ ਦਿਨ, ਹੋਲੇ ਮਹੱਲੇ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੀਆਂ ਬਾਹਾਂ ਦੀ ਤਾਕਤ ਵੇਖਿਆ ਕਰਦੇ ਸਨ। ਗੱਤਕੇ ਦੇ ਜੌਹਰ ਦੇਖਦੇ ਸੀ। ਸਾਲ ਟ੍ਰੇਨਿੰਗ ਦੇਣੀ, ਗੱਤਕਾ ਸਿਖਾਉਣਾ, ਅਭਿਆਸ ਕਰਾਉਣਾ, ਡਿਊਟੀਆਂ ਲਾਉਣੀਆਂ, ਤੇ ਸਾਲ ਬਾਅਦ ਪੇਪਰ ਹੁੰਦਾ ਸੀ ਹੋਲੇ ਮਹੱਲੇ ਵਾਲੇ ਦਿਨ। ਕਿਹਦੀਆਂ ਬਾਹਾਂ 'ਚ ਤਾਕਤ ਹੈ, ਕਿਹਦੀਆਂ ਬਾਹਾਂ 'ਚ ਜ਼ੋਰ ਹੈ, ਕੌਣ ਜ਼ਾਲਮ ਜਰਵਾਣੇ ਦਾ ਟਾਕਰਾ ਕਰ ਸਕਦਾ ਹੈ। ਹੁਣ ਵੇਖੋ, ਗੁਰੂ ਜੀ ਤੇ ਚਾਹੁੰਦੇ ਨੇ ਵੀ ਸਾਡੇ ਵਿੱਚ ਵੀ ਇਹ ਗੁਣ ਆਏ, ਸਾਡੀਆਂ ਬਾਹਾਂ 'ਚ ਵੀ ਤਾਕਤ ਆਏ, ਸਾਡੀਆਂ ਬਾਹਾਂ 'ਚ ਵੀ ਜ਼ੋਰ ਆਏ। ਹੁਣ ਅਸੀਂ ਆਪਣੀਆਂ ਬਾਹਾਂ ਵੱਲ ਨਿਗਾਹ ਮਾਰ ਕੇ ਵੇਖੀਏ ਕਿ ਸਾਡੀਆਂ ਬਾਹਾਂ 'ਚ ਤਾਕਤ ਹੈ। ਕਿਤੇ ਇਹ ਬਾਹਾਂ ਨਸ਼ੇ ਦੇ ਟੀਕੇ ਲਾ ਲਾ ਕੇ ਬਿੰਦੀਆਂ ਤਾਂ ਨਹੀਂ ਪਈਆਂ?
ਕਿਤੇ ਅਸੀਂ ਕਮਜ਼ੋਰ ਤਾਂ ਨਹੀਂ ਕਰ ਰਹੇ? ਧਾਗੇ ਤਵੀਤ ਬੰਨ ਕੇ ਇਹਨਾਂ ਹੱਥਾਂ ਦੇ ਉੱਤੇ, ਗੁੱਟਾਂ ਦੇ ਉੱਤੇ ਬਾਹਾਂ ਕਮਜ਼ੋਰ ਤਾਂ ਨਹੀਂ ਕਰ ਲਈਆਂ? ਜਿਹੜੇ ਗੁੱਟਾਂ 'ਚ ਕੜੇ ਬਖਸ਼ੇ ਸਾਡੇ ਗੁਰੂ ਜੀ ਨੇ, ਕਿਤੇ ਉੱਥੇ ਧਾਗੇ ਤਵੀਤ ਤਾਂ ਨਹੀਂ ਆ ਗਏ? ਅਸੀਂ ਵਿਚਾਰ ਕਰੀਏ, ਗੁਣ ਲੈ ਕੇ ਆਉਣੇ ਆ। ਜੋ ਬਾਣੀ ਪੜ੍ਹਦੇ ਆ ਨਾ, ਜੋ ਸੁਣਦੇ ਆ, ਉਹਨੂੰ ਕਮਾਉਣਾ ਸ਼ੁਰੂ ਕਰਨਾ ਹੈ। ਤੇ ਕਮਾਵਾਂਗੇ ਤਾਂ ਹੀ ਜੇ ਅਸੀਂ ਧਿਆਨ ਲਾ ਕੇ ਸੁਣਾਂਗੇ। ਗੁਰੂ ਦਾ ਹੁਕਮ ਹੈ, ਜੇ ਮਾਲਕ ਦੀਆਂ ਬਾਹਾਂ 'ਚ ਤਾਕਤ ਹੈ ਨਾ, ਸਾਡੀਆਂ ਬਾਹਾਂ 'ਚ ਵੀ ਤਾਕਤ ਹੋਣੀ ਚਾਹੀਦੀ ਹੈ। ਭੁਜ ਬਲ, ਕਿੰਨਾ ਬਲ ਹੋਵੇ। ਗੁਰੂ ਜੀ ਨੇ ਕਿੰਨਾ ਬਲ ਭਰ ਦਿੱਤਾ ਸਾਡੀਆਂ ਬਾਹਾਂ 'ਚ। ਇਤਿਹਾਸ ਦੇ ਪੰਨੇ ਖੋਲ ਕੇ ਵੇਖੀਏ, ਇਤਿਹਾਸ ਗਵਾਹੀ ਭਰਦਾ ਕਿੰਨਾ ਬਲ ਭਰਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਮਿਲਿਆ, ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਿਰਾਜੇ ਨੇ। ਸੁਨੇਹਾ ਮਿਲਦੇ ਤੇ ਸੁਨੇਹਾ ਕੀ ਮਿਲਿਆ? ਪਹਾੜੀ ਰਾਜਿਆਂ ਨੇ ਇੱਕ ਹਾਥੀ ਤਿਆਰ ਕੀਤਾ ਜਿਹਦੇ ਤਵੀਆਂ ਬੰਨੀਆਂ ਨੇ ਤੇ ਉੱਤੋਂ ਉਹਨੂੰ ਸ਼ਰਾਬ ਵੀ ਪਿਲਾਈ ਆ। ਉਹਨਾਂ ਨੇ ਵੇਖ ਲਿਆ ਵੀ ਅਸੀਂ ਬੜੇ ਜਰਨੈਲ ਭੇਜ ਕੇ ਵੇਖ ਲਏ ਅਨੰਦਪੁਰ ਸਾਹਿਬ ਤੇ ਕਬਜ਼ਾ ਕਰਨ ਦੇ ਲਈ। ਬਹੁਤ ਜਰਨੈਲ ਭੇਜੇ, ਪਰ ਕੀ ਕਰੀਏ, ਜਿਨ੍ਹਾਂ ਨੂੰ ਭੇਜਦੇ ਆ ਉਹੀ ਗੁਰੂ ਦੇ ਮਰੀਦ ਬਣ ਜਾਂਦੇ ਨੇ। ਸੈਦ ਖਾਂ ਵਰਗੇ ਉਹੀ ਗੁਰੂ ਦੇ ਚਰਨਾਂ 'ਚ ਡਿੱਗ ਪੈਂਦੇ ਨੇ। ਹੁਣ ਹਾਥੀ ਨੂੰ ਤੋਰਦੇ ਆ, ਉੱਤੋਂ ਸ਼ਰਾਬ ਪਿਲਾ ਦਿੱਤੀ, ਮਨ 'ਚ ਕੀ ਖਿਆਲ ਹੈ? ਹੁਣ ਹਾਥੀ ਨੂੰ ਥੋੜਾ ਗੁਰੂ ਗੋਬਿੰਦ ਸਿੰਘ ਜਪਜੀ ਸਾਹਿਬ ਸੁਣਾ ਦੇਣਗੇ, ਹਾਥੀ ਨੂੰ ਥੋੜਾ ਆਸਾ ਦੀ ਵਾਰ ਸੁਣਾਉਣਗੇ। ਇਹ ਤੇ ਇੱਕ ਜਾਨਵਰ ਹੈ, ਇਹ ਤੇ ਆਸਾ ਦੀ ਵਾਰ ਦਾ ਕੀ ਅਸਰ? ਹੁਣ ਹਾਥੀ ਨੂੰ ਤਿਆਰ ਕਰਕੇ ਭੇਜੇ ਤੇ ਇਧਰਲੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਥਾਪੜਾ ਦਿੰਦੇ ਨੇ ਭਾਈ ਬਚਿੱਤਰ ਸਿੰਘ ਨੂੰ। ਥਾਪੜਾ ਦੇ ਕੇ ਬਚਿੱਤਰ ਸਿੰਘ ਨੂੰ ਨਾਗਣੀ ਵਰਸ਼ਾ ਦਿੱਤਾ। ਇਤਿਹਾਸ ਦੱਸਦਾ ਪਤਲਾ ਜਿਹਾ ਸਰੀਰ ਹੈ ਭਾਈ ਬਚਿੱਤਰ ਸਿੰਘ ਦਾ, ਛੋਟਾ ਜਿਹਾ ਮਧਰਾ ਜਿਹਾ ਕੱਦ ਹੈ, ਪਤਲੀਆਂ ਪਤਲੀਆਂ ਬਾਹਾਂ ਨੇ, ਪਰ ਕਿੰਨੀ ਤਾਕਤ ਹੈ ਉਹਨਾਂ ਬਾਹਾਂ ਦੇ ਵਿੱਚ। ਗੁਰੂ ਤੋਂ ਥਾਪੜਾ ਲੈ ਕੇ ਐਸਾ ਨਾਗਣੀ ਵਰਸ਼ਾ ਚਲਾਉਂਦੇ ਨੇ ਜਿਹੜਾ ਤਵੀਆਂ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ ਵਿੱਚ ਜਾ ਕੇ ਵੱਜਦਾ ਹੈ। ਹਾਥੀ ਚੀਕਾਂ ਮਾਰਦਾ ਪਿੱਛੇ ਨੂੰ ਆਪਣੀਆਂ ਫੌਜਾਂ ਨੂੰ ਲਤਾੜਦਾ ਹੋਇਆ ਭੱਜ ਰਿਹਾ ਹੈ। ਤਾਕਤ ਹੈ ਕਿਹਨੇ ਭਰੀ? ਗੁਰੂ ਪਿਤਾ ਜੀ ਨੇ। ਕਿਵੇਂ ਭਰੀ ਗਈ? ਉਹਨਾਂ ਨੇ ਗੁਰੂ ਦਾ ਬਚਨ ਕਮਾ ਲਿਆ। ਗੁਰੂ ਜੀ ਨੇ ਕਿਹਾ ਸ਼ਸਤਰ ਰੱਖਣੇ ਨੇ, ਹਥਿਆਰਬੰਦ ਹੋਣਾ, ਆਪਣੀ ਰੱਖਿਆ ਕਰਨੀ ਆ, ਮਜ਼ਲੂਮਾਂ ਦੀ ਰੱਖਿਆ ਕਰਨੀ ਆ, ਕਿਸੇ ਗਰੀਬ ਦੇ ਉੱਤੇ ਵਾਰ ਨਹੀਂ ਕਰਨਾ। ਉਹਨਾਂ ਨੇ ਮੰਨ ਲਿਆ ਗੁਰੂ ਦੇ ਬਚਨਾਂ। ਹੁਕਮ ਨੂੰ ਮੰਨ ਕੇ ਹੀ ਤਾਕਤ ਮਿਲਦੀ ਆ। ਜੋ ਗੁਰੂ ਜੀ ਆਖਦੇ ਆ ਨਾ, ਉਹਨੂੰ ਸਿੱਖ ਨੇ ਕਮਾਉਣਾ ਹੈ, ਫਿਰ ਹੀ ਬਖਸ਼ਿਸ਼ ਹੁੰਦੀ ਆ। ਇਸ ਕਰਕੇ ਗੁਰੂ ਪਿਤਾ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਤੂੰ ਇਹ ਗੁਣ ਆਪਣੇ ਵਿੱਚ ਲੈ ਕੇ ਆ, ਆਪਣਾ ਸਰੀਰ ਕਮਾ। ਆਪਾਂ ਵੀ ਕੋਸ਼ਿਸ਼ ਕਰਿਆ ਕਰੀਏ, ਜਿੱਥੇ ਆਪਾਂ ਦੁਨਿਆਵੀ ਕੰਮ ਧੰਦੇ ਕਰਦੇ ਆ ਉੱਥੇ ਸਰੀਰ ਲਈ ਥੋੜਾ ਟਾਈਮ ਕੱਢਣਾ ਸ਼ੁਰੂ ਕਰੀਏ। ਸੈਰ ਕਰੀਏ, ਕਸਰਤ ਕਰੀਏ, ਬਹੁਤ ਚੰਗੀ ਗੱਲ ਹੈ। ਸਾਡੇ ਸਰੀਰ ਵਿੱਚ ਤਾਕਤ ਭਰੀ ਜਾਏ, ਕਿਉਂਕਿ ਗੁਰੂ ਪਿਤਾ ਜੀ ਸਮਝਾ ਰਹੇ ਨੇ ਸਾਨੂੰ। ਭੁਜ ਬਲ ਵੀਰ, ਅੱਗੇ ਗੱਲ ਹੈ ਵੀਰ ਦੀ। ਵੀਰ ਦਾ ਅਰਥ ਹੁੰਦਾ ਹੈ ਯੋਧਾ। ਪਰਮਾਤਮਾ ਜੀ ਵੀਰ ਹਨ, ਬੜੇ ਵੱਡੇ ਯੋਧੇ ਹਨ। ਯੋਧੇ ਦਾ ਅਰਥ ਹੁੰਦਾ ਜਿਹੜਾ ਲੜਦਾ ਹੈ, ਜਿਹਨੂੰ ਆਪਾਂ ਸੂਰਮਾ ਵੀ ਕਹਿ ਦਿੰਦੇ ਹਾਂ। ਜਿੱਤ ਹਾਰ ਤੇ ਬਾਅਦ ਦੀ ਗੱਲ ਹੁੰਦੀ ਆ, ਪਹਿਲਾਂ ਲੜਨਾ ਤੇ ਸ਼ੁਰੂ ਕਰੀਏ ਨਾ। ਆਪਾਂ ਵੀ ਵੀਰ ਬਣੀਏ, ਆਪਾਂ ਵੀ ਯੋਧੇ ਬਣ ਜਾਈਏ। ਜਿੱਥੇ ਅਸੀਂ ਬਾਹਰੀ ਦੁਸ਼ਮਣਾਂ ਨਾਲ ਲੜਨਾ ਹੈ, ਜਿਹੜੇ ਗੁਰੂ ਘਰ ਨੂੰ ਸੰਨ ਲਾ ਰਹੇ ਨੇ, ਜਿੱਥੇ ਉਹਨਾਂ ਨਾਲ ਲੜਨਾ ਹੈ ਨਾ, ਉੱਥੇ ਅਸੀਂ ਆਪਣੇ ਅੰਦਰ ਵੀ ਲੜਨਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ। ਜਦੋਂ ਅੰਦਰੋਂ ਜਿੱਤ ਗਏ ਨਾ, ਬਲਵਾਨ ਹੋ ਜਾਣਗੇ, ਫਿਰ ਬਾਹਰੀ ਦੁਸ਼ਮਣ ਤੇ ਸਾਡੇ ਅੱਗੇ ਖੜ ਹੀ ਨਹੀਂ ਸਕਦੇ। ਪਹਿਲਾਂ ਅੰਦਰੋਂ ਜਿੱਤ ਪ੍ਰਾਪਤ ਕਰੀਏ, ਅਸੀਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਲਿਖਦਾ ਹੈ ਸਾਨੂੰ ਅੱਜ
औरंगे ते बाबर दियां तलवारां तो खतरा नहीं। सानू अज औरंगे ते बाबर दियां तलवारां तो खतरा नहीं। सानू अज दुरानी ते अबदाली दियां लुट्टां मारां तो खतरा नहीं। सानू अज लाल सिंह तेजा सिंह ध्याने दे जारां तो खतरा नहीं। सानू अज दिल्ली दियां जालम सरकारां तो खतरा नहीं। फिर खतरा किहदे तो है? कोई खतरा नहीं सानू साडे दुश्मनां तो। ਉਹਦੇ ਸਾਹਮਣੇ ਉਹ ਵਾਰ ਕਰਦੇ ਆ ਨਾ, ਤੇ ਉਹਦਾ ਸਿੱਖ ਮੁਕਾਬਲਾ ਵੀ ਕਰਨਾ ਜਾਣਦੇ ਨੇ। ਕੋਈ ਖਤਰਾ ਨਹੀਂ ਸਾਨੂੰ ਸਾਡੇ ਦੁਸ਼ਮਣਾਂ ਤੋਂ। ਲੋਭੀ ਪ੍ਰਚਾਰਕਾਂ ਤੇ ਬਕਾਊ ਇਤਿਹਾਸਕਾਰਾਂ ਤੋਂ ਖਤਰਾ ਏ। ਸੱਭਿਆਚਾਰ ਦੇ ਨਾਂ ਤੇ ਜੋ ਗੰਦ ਬੋਲਣ, ਸਾਨੂੰ ਉਹਨਾਂ ਕਲਾਕਾਰਾਂ ਤੋਂ ਖਤਰਾ ਏ। ਕੰਨੀ ਨੱਤੀਆਂ ਸਿਰਾਂ ਤੇ ਟੋਪੀਆਂ ਨੇ, सानू साडे वरखरदारां तो खतरा है। पश्चिमी सभ्यता दा जिन्हां ते असर पाया, सानू अज उन्हां मुटियारां तो खतरा है। पश्चिमी सभ्यता ने जिन्हां ते असर पाया, अज सानू उन्हां मुटियारां तो खतरा है। काले शीशियां च जिहड़े लोग बैठे, कवि ब्यूटी पार्लर दी गल कर रहे हैं, काले शीशियां च जिहड़े लोग बैठे, अज सानू उन्हां वजारां तो खतरा है जिन्हां अपनी ही कौम दी बेड़ी च पाए बट्टे। सानू अपने ही जथेदारां तो खतरा है। लहरी चिमटे ढोलकियां शैणियां दा सानू डर कोई नहीं। पखंडी बाबियां ते चिट्टे ही दियां डारां तो खतरा है। सानू खतरा किहदे तो है? पहचान करिए। असीं अपनियां जिम्मेवारियां तो पिछे हट रहे हैं। गुरु ने साडे लई पुੱਤ वारे, मेरे तो पहला आप जी सरवण कर रहे सी, गुरु ने साडे लई सरबंस वार दिता, साडे लई तत्ती तवी ते बैठ गए, ते असीं की मुल पा रहे हैं? आओ गुरु दे लायक पुत्र धीआं बन के विचरीए। किन्ना प्यार होवे गुरु दे हुक्म दे नाल। जो गुरु कहंदे आ ना, उहनूं मन्नना किवें है, आओ नाल नाल आपां इतिहास विचों समझदे जाइए। गुरु जी आखदे ने, तू वीर बन। मालिक वीर है, जोधा है, बलवान है, तू भी वीर बन, जोधा बन, लड़ना शुरू कर। ते जदों असीं इतिहास पढ़दे हैं ना, जिक्र आउंदा है अमृतसर जिले दे विच एक पिंड है पाहू पिंड। इत्थों दे रहण वाले ने भाई भगता जी, कुछ क विद्वानां ने भाई भगतू जी भी लिखे है, ते माता जियोनी जी। इन्हां नूं पता लगे है भी गुरु अर्जन साहब जी का उपदेश है, आपां वीर बनना, जोधे बनना, बलवान बनना। इन्हां दे अंदर तमन्ना है साडा पुੱਤ भी जोधा बने। इन्हां दा पुੱਤ है जी दा नाम है भाई दीपा जी। साडा पुत्र भी वीर बने। मां ने अपने पुੱਤ नूं नाल लिया, लैके चले ने पाहू पिंड तो। बाबा दीपा जी पुछदे ने, कहन लगे मां आपां कित्थे चले हैं? मां कहन लगी पुੱਤ आपां अपने पिंड चले हैं, मैं तेनू अपने पिंड लैके जा रही हां। बाबा दीपा जी कहन लगे मां अपना किहड़ा पिंड है जिहड़ा अपने दोनां दा ही पिंड है? माता जियोनी जी कहन लगी पुੱਤ अपना पिंड है आनंदपुर साहिब, मैं तेनू अपने पिंड लैके जा रही हाँ, जिथे आपां नूं अपना गुरु भी मिलदा ते अपने मापे भी मिलदे ने। अज भी भावना रख के चलीए, जरूर ही बख्शिश हुंदी है, गुरु भी मिलदे ते मापे भी मिलदे ने। मां अपने पुੱਤ नूं लैके तुरी आ, रस्ते समझाउंदी जा रही आ। तख्त श्री केसगढ़ साहब की धरती ते पहुंचे। मां ने समझाया पुੱਤ नमस्कार कर। पुੱਤ ने नमस्कार की। मां समझा रही है पुੱਤ मत्था टेकण दा भाव है तन ते मन सौंप दिता तू गुरु नूं। तन मन धन सब सौंप। पढ़ो जी नाल, सारियां नूं याद है। सचेत होके बैठिए, तुहाडे चेहरिਆਂ ਨੂੰ ਵੇਖ के कथा कर रही हैं भी आप जी नूं समझ आ रही है। जे नहीं आएगी आपां होर उदाहरण राही गल समझांगे। जदों असीं मत्था टेकदे हां ना,
ਇਹਦਾ ਭਾਵ ਕੀ ਹੁੰਦਾ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ। ਮਾਤਾ ਜਿਉਣੀ ਜੀ ਸਮਝਾ ਰਹੇ ਨੇ, ਪੁੱਤ ਤੂੰ ਹੁਕਮ ਮੰਨਣੇ, ਅੱਜ ਤੋਂ ਸਭ ਕੁਝ ਤੂੰ ਸੌਂਪਤਾ ਗੁਰੂ ਨੂੰ। ਸੇਵਾ ਕਰਨੀ ਹੈ, ਸੰਗਤ ਕਰਨੀ ਆ, ਮਾਂ ਨੇ ਸਭ ਕੁਝ ਸਮਝਾਇਆ। ਹੁਣ ਬਾਬਾ ਦੀਪਾ ਜੀ ਇਦਾਂ ਹੀ ਕਰਦੇ ਨੇ, ਸੰਗਤ ਕਰਨੀ। ਜਦੋਂ ਹੀ ਸੰਗਤ ਦੀ ਸਮਾਪਤੀ ਹੋਣੀ, ਲੰਗਰ ਹਾਲ ਵਿੱਚ ਚਲੇ ਜਾਣਾ, ਉੱਥੇ ਜਾ ਕੇ ਬੜੇ ਪਿਆਰ ਨਾਲ ਸੇਵਾ ਨਿਭਾਉਣੀ। ਕਦੇ ਭਾਂਡੇ ਮਾਂਜਣੇ, ਕਦੇ ਪ੍ਰਸ਼ਾਦੇ ਵਰਤਾਉਣੇ, ਕਦੇ ਦਾਲਾਂ ਬਣਾਉਣ ਵਿੱਚ ਸਹਾਇਤਾ ਕਰਨੀ। ਇੱਕ ਦਿਨ ਆਇਆ, ਬਾਬਾ ਦੀਪਾ ਜੀ ਬਰਤਨ ਮਾਂਜ ਰਹੇ ਨੇ, ਬਾਟੇ ਨੂੰ ਮਾਂਜ ਰਹੇ ਨੇ, ਤੇ ਚੰਗੀ ਤਰ੍ਹਾਂ ਪੂਰੀ ਨੀਝ ਲਾ ਕੇ, ਕਿਉਂਕਿ ਮਾਂ ਨੇ ਸਮਝਾਇਆ ਹੋਇਆ ਹੈ, ਪੁੱਤ ਇਹਨਾਂ ਭਾਂਡਿਆਂ ਦੇ ਵਿੱਚ ਜਦੋਂ ਗੁਰੂ ਦੀ ਸੰਗਤ ਛਕਦੀ ਹੈ ਨਾ, ਏਦਾਂ ਸੋਚਿਆ ਕਰ ਰੱਬ ਹੀ ਛਕਦਾ, ਕੁਛ ਲੱਗਿਆ ਨਾ ਰਹਿ ਜੇ ਭਾਂਡੇ ਦੇ ਵਿੱਚ। ਬੜੇ ਪਿਆਰ ਨਾਲ ਤੂੰ ਸੇਵਾ ਨਿਭਾਉਣੀ ਹੈ, ਇਹ ਨਹੀਂ ਵੀ ਕਾਹਲ ਕਰਨੀ ਹੈ ਵੀ ਦਾਲ ਅੱਧੀ ਵਿੱਚ ਲੱਗੀ ਹੋਈ ਰਹਿ ਜੇ, ਏਦਾਂ ਨਹੀਂ ਕਰਨਾ। ਸੰਗਤ ਦੀ ਸੇਵਾ ਤੇ ਰੱਬ ਦੀ ਸੇਵਾ ਹੁੰਦੀ ਆ। ਅਸੀਂ ਵੀ ਸਿੱਖਿਆ ਲੈ ਲਈਏ, ਜਦੋਂ ਹੀ ਸੰਗਤ ਦੀ ਸੇਵਾ ਕਰਦੇ ਆ ਨਾ, ਭਾਵੇਂ ਵੀਰ ਨੇ, ਬਜ਼ੁਰਗ ਨੇ, ਮੇਰੀਆਂ ਮਾਤਾਵਾਂ ਭੈਣਾਂ ਨੇ, ਬੜੇ ਪਿਆਰ ਅਦਬ ਨਾਲ ਸੇਵਾ ਕਰਿਆ ਕਰੀਏ। ਜਿਵੇਂ ਪ੍ਰਸ਼ਾਦਾ ਪਕਾਉਨੇ ਆ, ਏਦਾਂ ਸੋਚੀ ਵੀ ਇਹ ਰੱਬ ਜੀ ਨੇ ਛਕਣੇ ਨੇ, ਰੱਬੀ ਸੰਗਤ ਨੇ ਛਕਣੇ ਨੇ। ਵਿੱਚ ਸੰਗਤ ਹਾਰ ਪ੍ਰਭ ਬਸ ਹੈ ਜੀ। ਕਿਤੇ ਪੜੇਥਨ ਜ਼ਿਆਦਾ ਨਾ ਲੱਗ ਜੇ, ਕਿਤੇ ਪ੍ਰਸ਼ਾਦਾ ਮੱਚ ਨਾ ਜਾਏ, ਕਿਉਂਕਿ ਇਹ ਰੱਬ ਜੀ ਨੇ ਛਕਣੇ ਨੇ। ਜਦੋਂ ਵਰਤਾਉਣੀ ਆ ਉਦੋਂ ਵੀ ਬੜੇ ਅਦਬ ਦੇ ਨਾਲ, ਵੀ ਰੱਬ ਜੀ ਨੂੰ ਛਕਾ ਰਹੇ ਆ, ਬੜੇ ਪਿਆਰ ਦੇ ਨਾਲ। ਮਾਤਾ ਜਿਉਣੀ ਜੀ ਨੇ ਆਪਣੇ ਪੁੱਤ ਨੂੰ ਸਿਖਾਇਆ ਹੈ, ਪੁੱਤ ਬੜੇ ਪਿਆਰ ਨਾਲ ਬਰਤਨ ਮਾਂਜਣੇ ਨੇ, ਪੂਰੀ ਚੰਗੀ ਤਰ੍ਹਾਂ, ਇਹ ਨਹੀਂ ਕੁਝ ਲੱਗਿਆ ਰਹਿ ਜਾਏ ਵਿੱਚ। ਬਾਬਾ ਦੀਪਾ ਜੀ ਬੜੀ ਨੀਝ ਨਾਲ ਬਾਟੇ ਨੂੰ ਮਾਂਜ ਰਹੇ ਨੇ, ਦੇਖਣਾ ਚਾਹੁੰਦੇ ਨੇ ਕੁਝ ਲੱਗਿਆ ਤਾਂ ਨਹੀਂ ਰਹਿ ਗਿਆ। ਬਾਟੇ ਨੂੰ ਦੇਖਣ ਦੇ ਲਈ ਉੱਪਰ ਚੁੱਕੇ, ਜਦੋਂ ਉੱਤੇ ਚੁੱਕਿਆ ਨਾ, ਉਸ ਬਾਟੇ ਦੇ ਵਿੱਚ ਇੱਕ ਚਮਕ ਪਈ ਆ, ਲਸ਼ਕੋਰ ਪਈ ਆ। ਮਨ 'ਚ ਖਿਆਲ ਆਇਆ, ਕਿਸ ਚੀਜ਼ ਦੀ ਲਸ਼ਕੋਰ ਹੈ? ਇੱਕਦਮ ਪਿੱਛੇ ਮੁੜ ਕੇ ਵੇਖਿਆ, ਕੀ ਵੇਖਦੇ ਨੇ? ਇਹ ਤਾਂ ਮੇਰਾ ਕਲਗੀਆਂ ਵਾਲਾ ਪਿਤਾ ਏ, ਉਹਨਾਂ ਦੀ ਕਲਗੀ ਦੀ ਲਸ਼ਕੋਰ ਪੈ ਰਹੀ ਆ। ਸਤਿਗੁਰੂ ਜੀ ਪਿੱਛੇ ਖੜੇ ਸੀ ਮੇਰੇ, ਵੇਖੀ ਜਾਂਦੇ ਸੀ ਮੈਨੂੰ ਸੇਵਾ ਕਰਦੇ ਨੂੰ। ਉਸੇ ਸਮੇਂ ਮੱਥਾ ਟੇਕਿਆ, ਹੱਥ ਜੋੜ ਕੇ ਸੀਸ ਝੁਕਾ ਕੇ ਬੜੇ ਅਦਬ ਦੇ ਨਾਲ ਖੜ ਗਏ। ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਨੇ, ਪੁੱਤ ਤੇਰਾ ਨਾਮ ਕੀ ਏ? ਬੜੇ ਪਿਆਰ ਨਾਲ ਸੇਵਾ ਕਰ ਰਿਹਾ ਸੀ, ਤੇਰਾ ਨਾਮ ਕੀ ਹੈ? ਬਾਬਾ ਦੀਪਾ ਜੀ ਦੱਸਦੇ ਨੇ, ਸਤਿਗੁਰੂ ਜੀ ਮੇਰਾ ਨਾਮ ਹੈ ਦੀਪਾ। ਪੁੱਤ ਤੈਨੂੰ ਪਤਾ ਇਹਦਾ ਅਰਥ ਕੀ ਏ? ਸਤਿਗੁਰੂ ਜੀ ਮੈਨੂੰ ਆਏ ਤਾਂ ਪਤਾ ਨਹੀਂ, ਬਸ ਇੰਨਾ ਪਤਾ ਮੇਰਾ ਨਾਂ ਹੈ ਦੀਪਾ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਪੁੱਤ ਇਹਦਾ ਅਰਥ ਹੈ ਦੀਵਾ, ਦੀਪਕ। ਤੇਰੇ ਅੰਦਰ ਦਾ ਦੀਵਾ ਜਗਦਾ ਹੈ। ਜਦੋਂ ਇੰਨਾ ਕਿਹਾ ਨਾ, ਬਾਬਾ ਦੀਪਾ ਜੀ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਤੇ ਜਾਣੀ ਜਾਣ ਹੋ, ਮੈਨੂੰ ਤੇ ਆਈ ਵੀ ਨਹੀਂ ਪਤਾ ਵੀ ਜਗਦਾ ਕਿ ਬੁਝਿਆ ਹੋਇਆ। ਤੁਸੀਂ ਕਿਰਪਾ ਕਰੋ, ਜੇ ਬੁਝਿਆ ਏ ਤੇ ਜਗਾ ਦਿਓ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਪੁੱਤ ਦੀਪੇ ਫਿਰ ਏਦਾਂ ਕਰੀ, ਕੱਲ ਨੂੰ ਕੇਸੀ ਇਸ਼ਨਾਨ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚ ਜਾਈ। ਤੇਰੇ ਅੰਦਰ ਐਸਾ ਦੀਵਾ ਜਗਾਵਾਂਗੇ, ਜਿਹੜਾ ਦੀਵਾ ਕਦੇ ਥੱਕੇਗਾ ਨਹੀਂ। ਅਹਨਸ ਦੀਵਾ ਬਲੈ ਅਥੱਕ, ਨਾ ਥੱਕਣ ਵਾਲਾ ਦੀਵਾ ਜਗਾ ਦਿਆਂਗੇ। ਫਿਰ ਸਤਿਗੁਰੂ ਜੀ ਨੇ ਐਸਾ ਦੀਵਾ ਜਗਾਇਆ ਵੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਪੁੱਤ ਐਸਾ ਦੀਵਾ ਬਾਲਾਂਗਾ ਜਿਹੜਾ ਕਦੇ ਵੀ ਬੁਝੇਗਾ ਨਹੀਂ, ਥੱਕੇਗਾ ਨਹੀਂ। ਜੇ ਲੋੜ ਪਈ 75 ਸਾਲ ਦੀ ਉਮਰ ਦੇ ਵਿੱਚ ਤੈਨੂੰ ਪਤਾ ਲੱਗਿਆ ਕਿ ਕੋਈ ਜ਼ਾਲਮ ਜਰਬਾਣਾ ਦਰਬਾਰ ਸਾਹਿਬ ਦੇ ਉੱਤੇ ਚੜ ਕੇ ਆਇਆ, ਤੂੰ 75 ਸਾਲ ਦੀ ਉਮਰ ਦੇ ਵਿੱਚ ਉਸ ਜ਼ਾਲਮ ਦੇ ਅੱਗੇ ਖੰਡਾ ਚੁੱਕ ਕੇ ਖੜ ਜਾਏਗਾ। ਤੇ ਅੱਜ ਅਸੀਂ ਸਾਰੇ ਯਾਦ ਕਰਦੇ ਹਾਂ ਨਾ, ਸ਼ਹੀਦ ਬਾਬਾ ਦੀਪ ਸਿੰਘ ਜੀ ਜੁੜ ਕੇ ਨਾ ਗੁਰੂ ਦੇ ਨਾਲ, ਵੀਰ ਬਣ ਗਏ। ਕੈਸੇ ਯੋਧੇ ਬਣੇ ਕਿ ਅੱਜ ਅਸੀਂ ਕਹਾਂਗੇ ਬਾਬਾ ਦੀਪ ਸਿੰਘ ਜੀ ਮਰ ਗਏ ਨੇ? ਨਹੀਂ ਨਹੀਂ,
ਉਹ ਤੇ ਸਦਾ ਲਈ ਅਮਰ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਕਿਵੇਂ ਅਮਰ ਹੋ ਗਏ। ਕਿਉਂਕਿ ਗੁਰੂ ਜੀ ਸਮਝਾਉਂਦੇ ਨੇ, ਆਓ ਪੜ੍ਹ ਲਈਏ, ਕੋਈ ਰਸਨਾ ਵਾਂਝੀ ਨਾ ਰਹਿ ਜਾਏ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਉਹਨਾਂ ਨੇ ਅੰਮ੍ਰਿਤ ਪੀ ਲਿਆ। ਜਿੱਥੇ ਖੰਡੇ ਬਾਟੇ ਦੀ ਪਹੁਲ ਕੌਮੀ ਅੰਮ੍ਰਿਤ ਨੂੰ ਪੀਤਾ, ਉੱਥੇ ਨਾਲ ਗੁਰਬਾਣੀ ਅੰਮ੍ਰਿਤ ਵੀ ਪੀ ਲਿਆ। ਬਾਣੀ ਤੇ ਬਾਣੀ ਨਾਲ ਜੁੜ ਗਏ। ਕਿਰਪਾ ਤੇ ਹੋਏਗੀ ਨਾ, ਸਰੀਰ ਤੇ ਆਉਂਦਾ ਜਾਂਦਾ ਰਹਿੰਦੇ। ਵੇਖੋ ਰਹਿੰਦੀ ਦੁਨੀਆ ਤੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸੰਗਤ ਯਾਦ ਕਰਦੀ ਰਹੇਗੀ, ਕਿਉਂਕਿ ਕਰਨੀ ਮਹਾਨ ਹੈ। ਜਿਸ ਉਮਰ ਦੇ ਵਿੱਚ ਲੋਕ ਖੰਡਾ ਚੁੱਕਦੇ ਆ ਨਾ, ਉਸ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਕਲਮ ਨੂੰ ਹੱਥ ਪਾਇਆ। 4 ਸਰੂਪ ਹੱਥੀ ਲਿਖੇ ਨੇ, ਉਤਾਰਾ ਕੀਤਾ। 5ਵਾਂ ਸਰੂਪ ਅਰਬੀ ਦੇ ਵਿੱਚ ਲਿਖੇ ਹੈ। ਅਸੀਂ ਇੱਕ ਸਹਿਜ ਪਾਠ ਕਰਨਾ ਹੋਵੇ ਨਾ, 100 ਵਾਰ ਸੋਚਦੇ ਹਾਂ, ਮਨ ਹਾਮੀਓ ਹੀ ਨਹੀਂ ਭਰਦਾ। ਧੰਨ ਹੈ ਬਾਬਾ ਦੀਪ ਸਿੰਘ ਜੀ, ਕੈਸਾ ਦੀਵਾ ਜਗਾਇਆ ਗੁਰੂ ਗੋਬਿੰਦ ਸਿੰਘ ਨੇ। 4 ਸਰੂਪ ਹੱਥੀ ਲਿਖੇ, ਇੱਕ ਇੱਕ ਸ਼ਬਦ ਆਪਣੇ ਹੱਥਾਂ ਦੇ ਨਾਲ ਲਿਖਿਆ। ਤੇ ਜਿਸ ਉਮਰ ਦੇ ਵਿੱਚ ਲੋਕ ਕਲਮਾਂ ਚੁੱਕਦੇ ਨੇ, ਉਸ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਖੰਡੇ ਨੂੰ ਚੁੱਕੀ ਹੈ। ਦੇਣ ਕੀ ਦੀਆ। ਪਿੱਛੇ ਕੌਣ ਖੜੇ ਬਾਬਾ ਦੀਪ ਸਿੰਘ ਜੀ ਦੇ? ਮਾਤਾ ਪਿਤਾ ਖੜੇ ਨੇ। ਮਾਂ ਲੈ ਕੇ ਆਈ ਆ ਪੁੱਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ। ਮੇਰਾ ਪੁੱਤ ਵੀਰ ਬਣੇ, ਯੋਧਾ ਬਣੇ, ਇਹਦੇ ਅੰਦਰ ਇਹ ਗੁਣ ਆ ਜਾਣਾ। ਤੇ ਅੱਜ ਦੀ ਮਾਂ ਕਿੱਥੇ ਖੜੀ ਆ? ਬਿਰਲੀਆਂ ਮਾਵਾਂ ਨੂੰ ਛੱਡ ਕੇ ਅੱਜ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਨੰਦਪੁਰ ਸਾਹਿਬ ਵੱਲ ਨੂੰ ਨਹੀਂ ਲੈ ਕੇ ਜਾਂਦੀਆਂ। ਡੇਰਿਆਂ, ਮੜੀਆਂ, ਕਬਰਾਂ, ਸਮਾਧਾਂ ਤੇ ਮੱਥੇ ਟਿਕਾਈ ਜਾ ਰਹੇ ਆ। ਡੇਰਿਆਂ ਵਿੱਚ ਨਾ ਲੈ ਕੇ ਜਾਈਏ। ਅਸੀਂ ਆਪਣੇ ਬੱਚਿਆਂ ਨੂੰ ਆਨੰਦਪੁਰ ਸਾਹਿਬ ਵੱਲ ਲੈ ਕੇ ਜਾਣਾ। ਜਦੋਂ ਅਸੀਂ ਗੁਰੂ ਜੀ ਦੇ ਬਚਨਾਂ ਨੂੰ ਕਮਾਉਣ ਵਾਲੇ ਪਾਸੇ ਤੁਰਦੇ ਹਾਂ ਨਾ, ਉਦੋਂ ਅਸੀਂ ਗੁਰੂ ਬਾਬਾ ਜੀ ਦੇ ਦੱਸੇ ਹੋਏ ਰਸਤੇ ਤੇ ਆਨੰਦਪੁਰ ਸਾਹਿਬ ਵੱਲ ਵੀ ਤੁਰ ਰਹੇ ਹੁੰਦੇ ਹਾਂ। ਕਿਉਂਕਿ ਗੁਰੂ ਜੀ ਹੀ ਮਾਰਗ ਦੱਸਦੇ ਆ ਨਾ। ਜਦੋਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਆ, ਉਦੋਂ ਅਸੀਂ ਆਨੰਦਪੁਰ ਸਾਹਿਬ ਵਾਲੇ ਰਸਤੇ ਤੇ ਜਾ ਰਹੇ ਹੁੰਦੇ ਆ। ਤੇ ਇਹ ਗੱਲ ਵੀ ਚੇਤੇ ਰੱਖਿਓ ਜੀ, ਜਦੋਂ ਵੀ ਅਸੀਂ ਕੋਈ ਕੰਮ ਕਰਦੇ ਆ ਨਾ, ਪਹਿਲਾਂ ਸੋਚਦੇ ਆ, ਮਨ 'ਚ ਖਿਆਲ ਆਉਂਦਾ ਵੀ ਇਸ ਕੰਮ ਦਾ ਮੈਨੂੰ ਲਾਭ ਕੀ ਹੋਏਗਾ। ਕਿਸੇ ਵੀਰ ਨੇ ਵਪਾਰ ਕਰਨਾ, ਕੁਝ ਵੀ ਬਿਜ਼ਨਸ ਕਰਨਾ ਹੈ, ਜਾਂ ਕਿਸੇ ਨੇ ਮੱਝਾਂ ਗਾਵਾਂ ਰੱਖਣੀਆਂ ਨੇ, ਅਸੀਂ ਹਿਸਾਬ ਲਾਉਂਦੇ ਹਾਂ ਵੀ ਸਾਨੂੰ ਕਿੰਨਾ ਕੁ ਲਾਭ ਹੋ ਜਾਏਗਾ। ਜਦੋਂ ਹਿਸਾਬ ਲਾ ਰਹੇ ਹੁੰਦੇ ਨੇ ਵੀ ਇੰਨਾ ਲਾਭ ਹੋ ਜੂ, ਪਰ ਨਾਲ ਅੰਦਰ ਖਿਆਲ ਵੀ ਆ ਜਾਂਦਾ ਵੀ ਕੀ ਪਤਾ ਕਿਤੇ ਨੁਕਸਾਨ ਹੀ ਨਾ ਹੋ ਜੇ। ਜ਼ਰੂਰੀ ਤਾਂ ਨਹੀਂ ਵੀ ਜੋ ਵਪਾਰ ਮੈਂ ਕਰ ਰਹੀ ਹਾਂ ਇਹਦੇ 'ਚ ਮੈਨੂੰ ਲਾਭ ਹੀ ਹੋਏਗਾ, ਨੁਕਸਾਨ ਵੀ ਤੇ ਹੋ ਸਕਦਾ ਹੈ ਨਾ। ਜੇ ਅਸੀਂ ਆਸ ਰੱਖਦੇ ਹਾਂ ਵੀ ਵਾਧਾ ਹੋਏਗਾ ਤੇ ਘਾਟਾ ਵੀ ਪੈ ਸਕਦਾ, ਕੀ ਗਰੰਟੀ ਹੈ ਵੀ ਵਾਧਾ ਹੀ ਹੋਏਗਾ? ਕਿਤੇ ਨਾ ਕਿਤੇ ਮਨ 'ਚ ਖਿਆਲ ਆਉਂਦਾ ਹੈ ਵੀ ਘਾਟਾ ਵੀ ਪੈ ਸਕਦਾ ਹੈ। ਪਰ ਸਤਿਗੁਰੂ ਜੀ ਆਖਦੇ ਨੇ, ਪੁੱਤ ਜੇ ਤੂੰ ਆਹ ਕੰਮ ਕਰੇ, ਸੇਵਾ, ਸਿਮਰਨ, ਬਾਣੀ ਪੜ੍ਹਨੀ, ਇਸ ਕੰਮ ਵਿੱਚ ਗਰੰਟੀ ਗੁਰੂ ਜੀ ਕਹਿੰਦੇ ਮੈਂ ਦਿੰਦਾ ਤੈਨੂੰ। ਜੇ ਤੂੰ ਇਹ ਕੰਮ ਕਰਨਾ ਸ਼ੁਰੂ ਕਰੇਗਾ ਨਾ, ਬਾਣੀ ਪੜ੍ਹਨੀ, ਸੇਵਾ ਸਿਮਰਨ ਕਰਨਾ, ਲੋਕ ਭਲਾਈ ਦੇ ਕੰਮ ਕਰਨੇ, ਤੈਨੂੰ ਇਸ ਕੰਮ ਵਿੱਚ ਕਦੇ ਘਾਟਾ ਨਹੀਂ ਪਏਗਾ, ਵਾਧੇ ਹੋਣਗੇ। ਜੇ ਤੂੰ ਜਪਜੀ ਸਾਹਿਬ ਪੜ੍ਹ ਰਿਹਾ ਹੈ ਨਾ, ਇਹ ਕੀਤੀ ਸੇਵਾ ਤੇਰੀ ਵਿਅਰਥ ਨਹੀਂ ਜਾਏਗੀ। ਬਾਣੀ ਪੜ੍ਹਨਾ ਵੀ ਸੇਵਾ ਹੈ, ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਨਾ ਵੀ ਸੇਵਾ ਹੈ। ਇਹ ਜਿਹੜੀ ਤੂੰ ਸੇਵਾ ਕਰ ਰਹੇ ਹੈ, ਇਹਦੇ 'ਚ ਕਦੇ ਘਾਟਾ ਨਹੀਂ ਪਏਗਾ, ਵਾਧਾ ਹੀ ਹੋਏਗਾ। ਇਸ ਕਰਕੇ ਆਪਾਂ ਇਧਰਲੇ ਪਾਸੇ ਧਿਆਨ ਦੇਣਾ ਸ਼ੁਰੂ ਕਰੀਏ। ਬੱਚਿਆਂ ਨੂੰ ਵੀ ਆਹ ਵਪਾਰ ਕਰਨਾ ਸਿਖਾਈਏ, ਸੱਚੇ ਨਾਮ ਦਾ, ਸੱਚੇ ਧਨ ਦਾ। ਅਸੀਂ ਆਪ ਵੀ ਇਸ ਨਾਮ ਨਾਲ ਜੁੜਨਾ ਤੇ ਦੂਜਿਆਂ ਨੂੰ ਵੀ ਦੱਸਣਾ। ਆਪ ਜਪੈ ਅਵਰਾ ਨਾਮ, ਦੂਜਿਆਂ ਨੂੰ ਵੀ ਜਪਾਉਣਾ ਹੈ।
ਧੰਨ ਹੈ ਮਾਤਾ ਜਿਉਣੀ, ਜਿਨ੍ਹਾਂ ਨੇ ਆਪ ਵੀ ਨਾਮ ਜਪਿਆ ਤੇ ਆਪਣੇ ਪੁੱਤ ਨੂੰ ਵੀ ਜਪਾਇਆ, ਤੇ ਅੱਗੇ ਉਹਨਾਂ ਦੇ ਪੁੱਤਰ ਤੋਂ ਸਿੱਖਿਆ ਲੈ ਕੇ ਕਿੰਨੇ ਹੋਰਾਂ ਨੇ ਨਾਮ ਜਪਿਆ। ਇਸ ਕਰਕੇ ਗੁਰੂ ਪਿਤਾ ਜੀ ਸਮਝਾਉਂਦੇ ਨੇ, ਪੁੱਤ ਗੁਣ ਲੈ ਕੇ ਆ ਤੂੰ ਆਪਣੇ ਅੰਦਰ। ਜਿਹੜੇ ਗੁਣ ਮਾਲਕ ਵਿੱਚ ਨੇ ਨਾ, ਉਹ ਗੁਣ ਧਾਰਨ ਕਰ। ਭੁਜ ਬਲ ਬੀਰ ਬਰਹਿਮ ਸੁਖ ਸਾਗਰ। ਉਹ ਸੁੱਖਾਂ ਦਾ ਸਾਗਰ ਹੈ। ਸਾਰੇ ਸੁੱਖ ਨੇ ਮਾਲਕ ਦੀ ਹਜ਼ੂਰੀ ਦੇ ਵਿੱਚ। ਸਤਿਗੁਰੂ ਜੀ ਸਮਝਾਉਂਦੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ। ਦੂਜਾ ਕੋਈ ਹੈ ਹੀ ਨਹੀਂ, ਇੱਕੋ ਹੀ ਹੈ ਸੁੱਖ ਦੇਣ ਵਾਲਾ। ਹੁਣ ਇਸ ਗੱਲ ਨੂੰ ਵਿਚਾਰੀਏ, ਜੇ ਕੋਈ ਮਨੁੱਖ ਕਿਸੇ ਨੂੰ ਕੁਝ ਕਹਿ ਦਏ ਨਾ, ਕੋਈ ਮਨੁੱਖ ਕਿਸੇ ਨੂੰ ਕੋਈ ਗੱਲ ਕਹੇ, ਸਾਡੇ ਮਨ 'ਚ ਖਿਆਲ ਆਉਂਦਾ ਹੈ ਵੀ ਇਹਨੇ ਜਿਹੜੀ ਗੱਲ ਕਹੀ ਆ ਨਾ, ਇਹ ਕਹਿੰਦਾ ਤੇ ਹੈ ਵੀ ਮੈਂ ਸੱਚ ਬੋਲਦਾ, ਪਰ ਕੀ ਪਤਾ ਝੂਠ ਹੀ ਬੋਲਦਾ ਹੋਏ। ਮਨ 'ਚ ਖਿਆਲ ਆਉਂਦਾ ਨਾ, ਕੋਈ ਬੰਦਾ ਗੱਲ ਕਰੇ, ਸਾਡਾ ਕੋਈ ਦੋਸਤ ਮਿੱਤਰ, ਭੈਣਾਂ ਦੀ ਕੋਈ ਸਹੇਲੀ ਕੋਈ ਗੱਲ ਕਰੇ, ਕੋਈ ਫਰੈਂਡ ਸਾਡਾ ਗੱਲ ਕਰੇ, ਆਪਣੇ ਮਨ 'ਚ ਖਿਆਲ ਆਉਂਦਾ ਵੀ ਇਹ ਕਹਿੰਦਾ ਤੇ ਹੈ ਵੀ ਸੱਚ ਕਹਿੰਦੇ, ਪਰ ਕੀ ਪਤਾ ਝੂਠਾ ਹੀ ਹੋਵੇ, ਝੂਠੀਆਂ ਗੱਲਾਂ ਬਣਾਉਂਦਾ ਹੋਏ। ਹੋ ਜਾਂਦਾ ਹੈ ਨਾ ਕਈ ਵਾਰ। ਬੰਦੇ ਤੇ ਸਾਨੂੰ ਯਕੀਨ ਨਹੀਂ ਆਉਂਦਾ, ਪਰ ਜੋ ਗੁਰੂ ਕਹਿੰਦਾ ਹੈ, ਜਦੋਂ ਗੁਰੂ ਬੋਲਦਾ ਹੈ, ਉਦੋਂ ਤਾਂ ਨਹੀਂ ਇਹ ਖਿਆਲ ਆਉਂਦਾ ਵੀ ਕੀ ਪਤਾ ਗੁਰੂ ਜੀ ਝੂਠ ਕਹਿੰਦੇ ਹੋਣ। ਨਹੀਂ ਨਹੀਂ, ਇੱਥੇ ਤਾਂ 101% ਵਿਸ਼ਵਾਸ ਹੈ, ਜੋ ਗੁਰੂ ਕਹਿੰਦੇ ਉਹ ਤੇ ਸੱਚ ਹੀ ਕਹਿੰਦੇ। ਇੱਕ ਵਾਰੀ ਦੱਸ ਦਿਓ ਜੀ, ਜਦੋਂ ਗੁਰੂ ਜੀ ਬੋਲਦੇ ਨੇ, ਕੀ ਗੁਰੂ ਜੀ ਝੂਠ ਬੋਲਦੇ ਨੇ? ਗੁਰੂ ਤੇ ਸੱਚ ਕਹਿੰਦੇ ਆ ਨਾ। ਇੱਥੇ ਤੇ ਮਨ 'ਚ ਖਿਆਲ ਵੀ ਨਹੀਂ ਆਉਂਦਾ ਵੀ ਕੀ ਪਤਾ ਗੁਰੂ ਜੀ ਝੂਠ ਕਹਿੰਦੇ ਹੁਣ। ਨਹੀਂ, ਸਾਨੂੰ ਪਤਾ ਹੈ ਸਾਡਾ ਗੁਰੂ ਸੱਚ ਕਹਿੰਦਾ ਹੈ, ਉਹ ਤੇ ਝੂਠ ਬੋਲਦੇ ਹੀ ਨਹੀਂ। ਉਹ ਤੇ ਸਾਨੂੰ ਵੀ ਵਰਜਦੇ ਨੇ ਝੂਠ ਬੋਲਣ ਤੋਂ। ਹੁਣ ਗੁਰੂ ਜੀ ਸੱਚ ਕਹਿੰਦਾ ਹੈ, ਜੇ ਸਾਨੂੰ ਪਤਾ ਹੈ ਇਸ ਗੱਲ ਦਾ, ਫਿਰ ਕਿਉਂ ਨਹੀਂ ਆਪਾਂ ਇੱਕ ਨਾਲ ਜੁੜਦੇ? ਹੁਣ ਗੁਰੂ ਨੇ ਕਿਹਾ ਸਭ ਸੁਖ ਦਾਤਾ ਰਾਮ ਹੈ। ਗੁਰੂ ਝੂਠ ਥੋੜਾ ਬੋਲਦਾ। ਗੁਰੂ ਤੇਗ ਬਹਾਦਰ ਜੀ ਝੂਠ ਨਹੀਂ ਬੋਲ ਰਹੇ, ਵਾਕਿਆ ਹੀ ਸੁੱਖ ਦੇਣ ਵਾਲਾ ਇੱਕੋ ਹੀ ਹੈ। ਜੇ ਸੁੱਖ ਲੈਣਾ ਚਾਹੁੰਦੇ ਆ ਨਾ, ਉਹਦੇ ਨਾਲ ਜੁੜੀਏ ਜੋ ਸੁੱਖਾਂ ਦਾ ਸਾਗਰ ਹੈ, ਜਿਹਦੇ ਨਾਲ ਜੁੜਿਆ ਅੰਦਰ ਦਾ ਸੁੱਖ ਮਿਲ ਜਾਂਦਾ ਹੈ। ਇਸ ਕਰਕੇ ਗੁਰੂ ਪਿਤਾ ਜੀ ਆਖਦੇ ਨੇ, ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹ ਅੰਗੁਰੀਆ। ਅੰਗੁਰੀਆ ਦਾ ਅਰਥ ਹੈ ਉਂਗਲੀ। ਹੇ ਮੇਰੇ ਮਾਲਕ, ਮੈਂ ਤਾਂ ਵਿਕਾਰਾਂ ਦੇ ਟੋਏ 'ਚ ਡਿੱਗ ਰਹੀ ਹਾਂ, ਕਿਰਪਾ ਕਰ, ਤੇਰੀਆਂ ਬਾਹਾਂ 'ਚ ਬੜੀ ਤਾਕਤ ਹੈ, ਤੂੰ ਬਹੁਤ ਵੱਡਾ ਯੋਧਾ ਹੈ, ਤੂੰ ਸਾਰਿਆਂ ਨੂੰ ਸੁੱਖ ਦੇਣ ਵਾਲਾ, ਸੁੱਖਾਂ ਦਾ ਸਾਗਰ ਹੈ। ਮੇਰੀ ਵੀ ਉਂਗਲੀ ਫੜ ਤੇ ਮੈਨੂੰ ਵੀ ਇਸ ਵਿਕਾਰਾਂ ਦੇ ਟੋਏ 'ਚੋਂ ਬਾਹਰ ਕੱਢ ਲਾ। ਫਿਰ ਗੁਰੂ ਪਿਤਾ ਜੀ ਆਖਦੇ ਨੇ, ਪੁੱਤ ਜੀ ਇਹ ਅਰਦਾਸ ਕਰਨੀ ਆ ਨਾ, ਗਰਤ ਪਰਤ ਗਹਿ ਲੇਹ ਅੰਗੁਰੀਆ, ਮੈਨੂੰ ਕੱਢ ਲਓ, ਮੇਰੀ ਉਂਗਲੀ ਫੜ ਲਓ, ਮੈਨੂੰ ਬਚਾ ਲਓ ਇਸ ਟੋਏ 'ਚ ਡਿੱਗਣ ਤੋਂ। ਤੇ ਸਤਿਗੁਰੂ ਜੀ ਕਹਿਣ ਲੱਗੇ, ਪੁੱਤ ਫਿਰ ਨਾਲ ਕਬੂਲ ਵੀ ਕਰਨਾ, ਨਾਲ ਇਹ ਗੱਲ ਵੀ ਕਹਿ, ਸਰਬਨ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਸਰਬਨ ਨਾ ਸੁਰਤ, ਸਰਬਨ ਕਹਿੰਦੇ ਨੇ ਕੰਨਾਂ ਨੂੰ, ਸੁਰਤ ਦਾ ਭਾਵ ਸਮਝ। ਮੇਰੇ ਕੰਨਾਂ ਨੂੰ ਇਹ ਸਮਝ ਨਹੀਂ ਹੈ ਮੇਰੇ ਮਾਲਕ ਜੀਓ ਕਿ ਇਹਨਾਂ ਕੰਨਾਂ ਦੇ ਨਾਲ ਮੈਂ ਕੀ ਸੁਣਨਾ ਹੈ। ਸਮਝ ਨਹੀਂ ਨਾ, ਤਾਂ ਹੀ ਤੇ ਗੰਦੇ ਗਾਣੇ ਸੁਣੀ ਜਾ ਰਹੇ ਹਾਂ, ਨਿੰਦਿਆ ਚੁਗਲੀ ਸੁਣ ਰਹੇ ਹਾਂ। ਹੁਣ ਸਮਝ ਆਏਗੀ ਕਿਵੇਂ? ਜਦੋਂ ਬੱਚਾ ਜਨਮ ਲੈਂਦਾ ਉਹਨੂੰ ਥੋੜਾ ਪਤਾ ਹੁੰਦਾ ਵੀ ਊੜਾ ਕਿਵੇਂ ਲਿਖਣਾ ਹੈ, ਇਹਨੂੰ ਕਿਵੇਂ ਬੋਲਣਾ ਹੈ, ਐੜਾ ਕਿਵੇਂ ਲਿਖਿਆ ਜਾਂਦਾ, ਕਿਵੇਂ ਬੋਲਿਆ ਜਾਂਦਾ। ਹੁਣ ਉਹਨੂੰ ਜੇ ਆਪਾਂ ਸਿਖਾਉਣਾ ਚਾਹੁੰਦੇ ਹਾਂ, ਜਿਹੜੀ ਵੀ ਭਾਸ਼ਾ ਸਿਖਾਉਣੀ ਹੈ, ਅਸੀਂ ਚਾਹੁੰਦੇ ਹਾਂ ਵੀ ਉਹ ਸਕੂਲ 'ਚ ਉਹਦਾ ਦਾਖਲਾ ਕਰਾ ਦਈਏ, ਉੱਥੇ ਸਿੱਖੇਗਾ। ਬੱਚਾ ਸਕੂਲ ਜਾਂਦਾ ਹੈ, ਸਕੂਲ 'ਚ ਬੈਠ ਕੇ ਪੜ੍ਹਦਾ ਹੈ, ਫਿਰ ਉਹਨੂੰ ਅੱਖਰਾਂ ਦੀ ਪਹਿਚਾਣ ਹੋਣ ਲੱਗਦੀ ਆ, ਸਮਝ ਆ ਜਾਂਦੀ ਹੈ ਕਿ ਇਹਨੂੰ ਕਿਵੇਂ ਬੋਲਣਾ ਹੈ, ਕਿਵੇਂ ਲਿਖਣਾ ਹੈ। ਇਸੇ ਤਰ੍ਹਾਂ ਜਦੋਂ ਸਾਡਾ ਜਨਮ ਹੋਇਆ, ਹੁਣ ਪਤਾ ਨਹੀਂ ਕੰਨਾਂ ਨਾਲ ਕੀ ਸੁਣਨਾ,
ਜਦੋਂ ਗੁਰੂ ਟੀਚਰ ਕੋਲ ਆਉਂਦੇ ਆ ਨਾ, ਗੁਰੂ ਟੀਚਰ ਕੋਲ ਆ ਕੇ ਬੈਠਦੇ ਆ, ਫਿਰ ਗੁਰੂ ਜੀ ਸਾਨੂੰ ਸਮਝ ਦਿੰਦੇ ਨੇ। ਸਤਿਗੁਰੂ ਜੀ ਸਮਝਾਉਂਦੇ ਨੇ, ਏ ਸਰਵਣ ਹੋ ਮੇਰੇ ਹੋ, ਸਾਚੈ ਸੁਨਣੈ ਨੌ ਪਠਾਏ, ਸਾਚੈ ਸੁਨਣੈ ਨੌ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਤੇ ਸੱਚੀ ਬਾਣੀ ਸੁਣਨ ਵਾਸਤੇ ਲਾਏ ਨੇ। ਜਦੋਂ ਇਹ ਸਮਝ ਆਏਗੀ ਗੁਰੂ ਕੋਲ ਬੈਠ ਕੇ ਫੇਰ ਹੀ ਅਰਦਾਸ ਕਰਾਂਗੇ ਨਾ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਮੇਰੇ ਮਾਲਕਾ, ਆ ਗੰਦੇ ਗਾਣੇ ਤਾਂ ਮੇਰੇ ਕੰਨਾਂ 'ਚ ਪੈਣ ਹੀ ਨਾ, ਤੂੰ ਐਸੀ ਕਿਰਪਾ ਕਰ ਦੇ, ਮੈਂ ਇਹਨਾਂ ਨੂੰ ਸੁਣਾ ਨਾ। ਜੋ ਗੰਦ ਹੈ ਨਾ ਉਹ ਮੈਂ ਕੰਨਾਂ ਰਾਹੀਂ ਆਪਣੇ ਅੰਦਰ ਨਾ ਲੈ ਕੇ ਜਾਵਾਂ। ਇਹ ਵੀ ਖੁਰਾਕ ਹੀ ਹੈ ਨਾ, ਇੱਕ ਚਸਕਾ ਪੈ ਜਾਂਦਾ ਕੰਨਾਂ ਦੇ ਨਾਲ। ਅਸੀਂ ਗੰਦ ਨਹੀਂ ਖਾਣਾ, ਗੰਦੀਆਂ ਚੀਜ਼ਾਂ ਅੰਦਰ ਨਹੀਂ ਲੈ ਕੇ ਜਾਣੀਆਂ, ਸੋਹਣੇ ਵਚਨ ਅੰਦਰ ਲੈ ਕੇ ਜਾਣੇ ਨੇ। ਸੱਚੀ ਗੁਰਬਾਣੀ ਨੂੰ ਸੁਣਨਾ ਹੈ, ਕਿਉਂਕਿ ਇਹ ਕੰਨ ਸੱਚੀ ਬਾਣੀ ਨੂੰ ਸੁਣਨ ਵਾਸਤੇ ਲਾਏ ਨੇ। ਹੁਣ ਵੇਖੋ, ਆਪਾਂ ਸੱਚੀ ਬਾਣੀ ਸੁਣਦੇ ਹਾਂ ਜੀ YouTube ਦੇ ਉੱਤੇ ਜਾਂ ਨੈਟ ਦੇ ਉੱਤੇ ਜਦੋਂ ਵੇਖਦੇ ਆ ਨਾ, ਵੇਖੋ ਕਿੱਦਾਂ ਦੀਆਂ ਵੀਡੀਓ ਆ ਰਹੀਆਂ ਨੇ। ਛੋਟੀਆਂ ਛੋਟੀਆਂ ਬੱਚੀਆਂ ਗੰਦੇ ਗਾਣਿਆਂ ਦੇ ਉੱਤੇ ਨੱਚ ਰਹੀਆਂ ਨੇ, ਤੇ ਮਾਪੇ ਵੀਡੀਓ ਬਣਾ ਕੇ ਪੋਸਟ ਕਰਦੇ ਨੇ ਵੀ ਸਾਡੀ ਬੱਚੀ ਨੇ ਇਸ ਗਾਣੇ ਦੇ ਉੱਤੇ ਨੱਚਿਆ ਹੈ, ਡਾਂਸ ਕੀਤਾ ਹੈ, ਵੇਖੋ ਇਹਨੂੰ ਲਾਈਕ ਕਰੋ, ਕਮੈਂਟ ਕਰੋ। ਅਸੀਂ ਕਿੱਧਰਲੇ ਰਾਹ ਤੇ ਤੁਰ ਪਏ। ਬਹਾਦਰਾਂ ਦੀ ਕੌਮ, ਮਾਰਸ਼ਲ ਕੌਮ, ਨਚਾਰਾਂ ਦੀ ਕੌਮ ਬਣਦੀ ਜਾ ਰਹੀ ਆ। ਤੇ ਆਪਾਂ ਵੇਖੀਏ ਵੀਡੀਓ ਆ ਰਹੀਆਂ, ਬਜ਼ੁਰਗ, ਸਾਰਿਆਂ ਨੂੰ ਨਹੀਂ ਕਹਾਂਗੀ, ਬਹੁਤ ਨੇ ਸਿਆਣੇ ਗੁਰੂ ਨਾਲ ਪਿਆਰ ਕਰਨ ਵਾਲੇ, ਬਿਰਲਿਆਂ ਨੂੰ ਛੱਡ ਕੇ ਵੇਖੋ ਵੀਡੀਓ 'ਚ ਦਿਸ ਰਹੇ ਨਾ, ਸਟੇਜ ਦੇ ਉੱਤੇ ਨੱਚ ਰਹੇ ਨੇ ਗੰਦੇ। ਉਹਨਾਂ ਗਾਣਿਆਂ ਦੇ ਬੋਲ ਵੀ ਸੁਣਨ ਦੇ ਕਾਬਲ ਨਹੀਂ ਹੁੰਦੇ ਜਿਨ੍ਹਾਂ ਦੇ ਉੱਤੇ ਅਸੀਂ ਨੱਚ ਰਹੇ ਹੁੰਦੇ ਹਾਂ। ਸੋ ਇਸ ਕਰਕੇ ਆਪਾਂ ਗੁਰੇਜ਼ ਕਰੀਏ, ਗੁਰੂ ਤੋਂ ਪੁੱਛੀਏ, ਗੁਰੂ ਕੋਲ ਬੈਠੀਏ, ਫਿਰ ਮਨ ਤਾਕਤਵਰ ਹੋ ਜਾਂਦਾ ਹੈ। ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਕਿਵੇਂ ਹਟਾਈਏ ਮਨ ਨੂੰ, ਬਾਣੀ ਪੜ੍ਹਨਾ ਸ਼ੁਰੂ ਕਰੀਏ, ਮਨ ਬਲਵਾਨ ਹੋ ਜਾਏਗਾ, ਤਾਕਤਵਰ ਹੋ ਜਾਏਗਾ। ਅਸੀਂ ਗੰਦੇ ਗਾਣੇ ਸੁਣਾਂਗੇ ਨਹੀਂ, ਗੰਦਗੀ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਗੁਰੂ ਪਿਤਾ ਜੀ ਆਖਦੇ ਨੇ, ਤੂੰ ਕਬੂਲ ਕਰ ਸਰਵਣ ਨਾ ਸੁਰਤ, ਨੈਣ ਸੁੰਦਰ ਨਹੀਂ। ਮੇਰੀਆਂ ਤੇ ਅੱਖਾਂ ਵੀ ਨਹੀਂ ਸੋਹਣੀਆਂ ਗੁਰੂ ਜੀ, ਮੈਂ ਤੇ ਇਹਨਾਂ ਅੱਖਾਂ ਨਾਲ ਵੀ ਮਾੜਾ ਵੇਖਦਾ। ਇਹ ਜਿਹੜੀਆਂ ਅੱਖਾਂ ਨੇ ਨਾ, ਇਹਨਾਂ ਦੇ ਨਾਲ ਸਾਰਿਆਂ 'ਚ ਇੱਕ ਮਾਲਕ ਨੂੰ ਵੇਖਣ ਹੈ। ਪਰ ਅਸੀਂ ਕੀ ਕਰਦੇ ਹਾਂ, ਆਪਣੀਆਂ ਅੱਖਾਂ ਨੂੰ ਮੈਲੀਆਂ ਕਰ ਰਹੇ ਹਾਂ ਜਦੋਂ ਗੁਰੂ ਦਾ ਗਿਆਨ ਨਹੀਂ ਹੁੰਦਾ। ਗੁਰੂ ਜੀ ਦਾ ਗਿਆਨ ਕੀ ਹੈ? ਪਰ ਤਰੈ ਰੂਪ ਨਾ ਪੇਖੈ ਨੇਤਰ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸਾਡਾ ਕਿਰਦਾਰ ਕਿੱਦਾਂ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਇੱਕ ਬਜ਼ੁਰਗ ਬਾਪੂ ਆਪਣੀ ਧੀ ਨੂੰ ਹੋਸਟਲ ਭੇਜ ਰਿਹਾ ਹੈ। ਉਹਨੇ ਜਾਣਾ ਜਿੱਥੇ ਉਹ ਪੜ੍ਹਾਈ ਕਰਦੀ ਆ। ਹੁਣ ਬਾਪੂ ਨੂੰ ਕੰਮ ਹੋ ਗਿਆ, ਨਾਲ ਜਾ ਨਹੀਂ ਸਕਦਾ, ਨਾਲ ਜਾ ਨਹੀਂ ਸਕਦਾ, ਕੋਈ ਜ਼ਰੂਰੀ ਕੰਮ ਪੈ ਗਿਆ ਤੇ ਆਪਣੀ ਧੀ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਜਾਂਦਾ ਵੀ ਮੈਂ ਉੱਥੋਂ ਤੱਕ ਤੇ ਤੈਨੂੰ ਛੱਡ ਆਉਂਦਾ। ਜਦੋਂ ਹੀ ਰੇਲਵੇ ਸਟੇਸ਼ਨ ਪਹੁੰਚਦਾ ਹੈ ਨਾ, ਉਹਨੇ ਇੱਕ ਡੱਬੇ ਨੂੰ ਵੇਖਿਆ ਤੇ ਆਪਣੀ ਧੀ ਨੂੰ ਕਹਿਣ ਲੱਗਿਆ ਵੀ ਤੂੰ ਇਸ ਡੱਬੇ 'ਚ, ਟ੍ਰੇਨ ਦੇ ਡੱਬੇ 'ਚ ਬੈਠ ਜਾ, ਇੱਥੇ ਚਲੀ ਜਾ। ਧੀ ਕਹਿਣ ਲੱਗੀ, ਬਾਪੂ ਪਿਛਲੇ ਡੱਬੇ ਤੇ ਜਿਹੜੇ ਆਪਾਂ ਛੱਡ ਕੇ ਆਏ ਉਹ ਤੇ ਖਾਲੀ ਨੇ, ਮੈਨੂੰ ਉਹਨਾਂ 'ਚ ਸੀਟ ਵੀ ਮਿਲ ਜਾਏਗੀ, ਜਗ੍ਹਾ ਮਿਲ ਜਾਏਗੀ ਬੈਠਣ ਵਾਸਤੇ, ਤੇ ਜਿਹੜੇ ਡੱਬੇ 'ਚ ਤੁਸੀਂ ਜਾਣ ਦੀ ਗੱਲ ਕਰਦੇ ਹੋ ਇੱਥੇ ਤੇ ਲੱਗਦਾ ਹੈ ਜ਼ਿਆਦਾ ਭੀੜ ਹੈ, ਮੈਨੂੰ ਜਗ੍ਹਾ ਨਾ ਹੀ ਮਿਲੇ, ਹੋ ਸਕਦਾ ਹੈ ਕਿਉਂਕਿ ਜ਼ਿਆਦਾ ਇਸ ਡੱਬੇ 'ਚ ਭੀੜ ਲੱਗ ਰਹੀ ਆ। ਬਾਪੂ ਕਹਿਣ ਲੱਗਿਆ, ਧੀਏ ਮੈਨੂੰ ਬਾਕੀ ਡੱਬਿਆਂ ਦਾ ਤਾਂ ਪਤਾ ਨਹੀਂ, ਪਰ ਇਸ ਡੱਬੇ 'ਚ ਮੈਨੂੰ ਇੱਕ ਪੱਗ ਵਾਲਾ ਸਰਦਾਰ ਦਿਸਿਆ, ਮੈਨੂੰ ਇੱਕ ਪੱਗ ਵਾਲਾ ਨੌਜਵਾਨ ਦਿਸੇ, ਤੇ ਜੇ ਤੂੰ ਇਸ ਡੱਬੇ 'ਚ ਜਾਏਂਗੀ ਨਾ, ਮੈਨੂੰ ਕੋਈ ਫਿਕਰ ਨਹੀਂ ਹੋਏਗਾ, ਇਦਾਂ ਮਹਿਸੂਸ ਕਰੇਂਗੀ ਜਿਵੇਂ ਤੂੰ ਆਪਣੇ ਬਾਪ ਨਾਲ ਹੀ ਜਾ ਰਹੀ ਆ, ਆਪਣੇ ਭਰਾ ਨਾਲ ਜਾ ਰਹੀ ਆ, ਕਿਉਂਕਿ ਮੈਂ ਇਹਨਾਂ ਦੇ ਕਿਰਦਾਰ ਤੋਂ ਜਾਣੂ ਆ, ਇਹ ਆਪਣੀਆਂ ਅੱਖਾਂ ਨੂੰ ਕਦੇ ਮੈਲੀਆਂ ਨਹੀਂ ਕਰਦੇ। ਇਹ ਤੇ ਸਗੋਂ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਕਰਨ ਦੇ ਲਈ ਆਪਣੀ ਜਾਨ ਦੀ ਬਾਜੀ ਲਾਉਣਾ ਵੀ ਜਾਣਦੇ ਨੇ।
ਇੱਕ ਬਜ਼ੁਰਗ ਬਾਪੂ ਕਿੰਨਾ ਮਾਣ ਕਰ ਰਿਹਾ ਸਾਡੇ ਵਿਰਸੇ ਦੇ ਉੱਤੇ। ਕਦੇ ਭੈਣਾਂ ਨੇ ਵੀ ਆਵਾਜ਼ ਮਾਰੀ ਸੀ ਜਦੋਂ ਅਬਦਾਲੀ ਵਰਗੇ ਆਏ ਸੀ, ਦੁਰਾਨੀ ਵਰਗੇ, ਨਾਦਰ ਸ਼ਾਹ ਵਰਗੇ ਆਉਂਦੇ ਸੀ, ਭੈਣਾਂ ਆਵਾਜ਼ ਮਾਰਦੀਆਂ ਸੀ ਸਾਡੇ ਬਜ਼ੁਰਗਾਂ ਨੂੰ, ਨੌਜਵਾਨ ਵੀਰਾਂ ਨੂੰ। ਕਿਉਂ? ਉਹਨਾਂ ਨੂੰ ਪਤਾ ਸੀ ਇਹ ਆਪਣੀਆਂ ਅੱਖਾਂ ਨੂੰ ਬਹੁਤ ਪਵਿੱਤਰ ਰੱਖਦੇ ਨੇ। ਇਦਾਂ ਹੀ ਕਹਿੰਦੀਆਂ ਸੀ ਨਾ, ਗਈ ਗਈ ਬੀਬੀ ਬਸਰੀ ਨੂੰ ਗਈ, ਮੋੜੀ ਬਾਬਾ ਡਾਂਗ ਵਾਲਿਆ ਸਰਦਾਰਾ, ਮੋੜੀ ਬਾਬਾ ਕੱਛ ਵਾਲਿਆ ਸਰਦਾਰਾ। ਬਾਬਾ ਆ ਜ਼ਾਲਮ ਜਰਵਾਣਾ ਸਾਨੂੰ ਲੈ ਕੇ ਜਾ ਰਹੇ ਆ, ਤੇਰੇ ਕੋਲ ਡਾਂਗ ਹੈ, ਤੂੰ ਮੋੜ। ਇੰਨਾ ਕਹਿ ਕੇ ਚੁੱਪ ਨਹੀਂ ਸੀ ਕਰਦੀਆਂ, ਨਾਲ ਅੱਗੇ ਕਹਿੰਦੀਆਂ ਸੀ, ਮੋੜੀ ਬਾਬਾ ਕੱਛ ਵਾਲਿਆ ਸਰਦਾਰਾ, ਕਸ਼ਹਿਰੇ ਵਾਲੇ ਬਾਬਾ ਤੂੰ ਮੋੜ ਆ ਕੇ ਇਸ ਜ਼ਾਲਮ ਨੂੰ। ਕਿਉਂ ਡਾਂਗ ਵਾਲਾ ਕਹਿ ਕੇ ਚੁੱਪ ਕਿਉਂ ਨਹੀਂ ਸੀ ਕਰਦੀਆਂ? ਉਹਨਾਂ ਨੂੰ ਪਤਾ ਸੀ ਜਿਹਦੇ ਕੋਲ ਡਾਂਗ ਹੈ ਉਹਦੇ ਹੱਥ 'ਚ ਜ਼ੋਰ ਹੈ, ਡਾਂਗ ਫੜੀਏ ਛੁਡਾ ਲਏਗਾ। ਪਰ ਭਰੋਸਾ ਨਹੀਂ ਕਰ ਸਕਦੀਆਂ ਇਹ ਛਡਾਉਣ ਤੋਂ ਬਾਅਦ ਆਪਣੇ ਘਰੇ ਵੀ ਲਿਜਾ ਸਕਦਾ ਹੈ। ਕਸ਼ਹਿਰੇ ਵਾਲੇ ਬਾਬੇ ਤੇ ਇੰਨਾ ਯਕੀਨ ਹੈ ਇਹ ਛਡਾਏਗਾ ਵੀ ਤੇ ਸਾਨੂੰ ਸਾਡੇ ਘਰੇ ਪਹੁੰਚਾ ਕੇ ਆਏਗਾ। ਤਾਂ ਹੀ ਤੇ ਆਵਾਜ਼ਾਂ ਪਈਆਂ ਨੇ ਨਾ। ਇਸ ਕਰਕੇ ਗੁਰੂ ਪਿਤਾ ਜੀ ਕਹਿੰਦੇ ਨੇ, ਪੁੱਤ ਜੇ ਤੇਰੀਆਂ ਅੱਖਾਂ ਮੈਲੀਆਂ ਹੋ ਰਹੀਆਂ ਨੇ ਨਾ, ਤੂੰ ਦੱਸ ਗੁਰੂ ਨੂੰ ਆ ਕੇ, ਗੁਰੂ ਇਲਾਜ ਕਰੇਗਾ। ਗੁਰੂ ਨਜ਼ਰੀਆ ਬਦਲ ਦਿੰਦਾ ਹੈ, ਗੁਰੂ ਦੇਖਣ ਦਾ ਤਰੀਕਾ ਬਦਲ ਦਿੰਦਾ ਹੈ। ਗੁਰੂ ਦੱਸ ਦਿੰਦਾ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਗੁਰਦਾਸ ਜੀ ਦੱਸਦੇ ਨੇ ਗੁਰੂ ਸਿੱਖਿਆ ਦਿੰਦਾ ਹੈ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਲਿਖਦਾ ਹੈ, ਅੱਖੀਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ, ਜਗਤ ਤਮਾਸ਼ਾ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ, ਬਸ ਇਸ ਤੱਕ ਵਿੱਚ ਚੇਤਾ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ, ਜੀਵਨ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ। ਮੈਲੀਆਂ ਨਾ ਹੋ ਜਿਓ। ਦੇਖਣਾ ਮੁਬਾਰਕ ਹੈ, ਮੇਰੇ ਵੀਰ ਦੇਖਣ, ਮੇਰੀਆਂ ਭੈਣਾਂ ਵੇਖਣ, ਪਰ ਵੇਖਣਾ ਕਿਸ ਢੰਗ ਦੇ ਨਾਲ ਹੈ? ਮੇਰੀ ਭੈਣ ਦੇ ਲਈ ਆਪਣੇ ਜੀਵਨ ਸਾਥੀ ਤੋਂ ਬਿਨਾਂ, ਕੋਈ ਬਰਾਬਰ ਦੀ ਉਮਰ ਦੇ ਵੀਰ ਹੈ, ਛੋਟੀ ਉਮਰ ਦੇ ਪੁੱਤ ਦੇ ਸਮਾਨ ਹੈ, ਵੱਡੀ ਉਮਰ ਦੇ ਪਿਤਾ ਦੇ ਸਮਾਨ ਹੈ, ਇਦਾਂ ਹੀ ਵੀਰਾਂ ਦੇ ਲਈ ਆ। ਹੁਣ ਵੇਖੋ, ਕੀ ਅਸੀਂ ਇਸ ਗਿਆਨ ਨੂੰ ਆਪਣੇ ਅੰਦਰ ਲੈ ਕੇ ਗਏ? ਜੇ ਲੈ ਕੇ ਗਏ ਹੁੰਦੇ ਨਾ, ਸਿੱਖਾਂ ਦੇ ਵਿਆਹਾਂ ਦੇ ਵਿੱਚ ਕਦੇ ਵੀ ਆਰਕੈਸਟਰਾ ਨਾ ਆਉਂਦੇ। ਸਿੱਖ ਦੀਆਂ ਅੱਖਾਂ ਨੱਚਦੀਆਂ ਲੜਕੀਆਂ ਦੇ ਡਾਂਸ ਨਹੀਂ ਦੇਖਿਆ ਕਰਦੀਆਂ। ਅਸੀਂ ਵੇਖੋ ਕਿੱਧਰ ਨੂੰ ਚੱਲ ਪਏ ਆ। ਮਾਣ ਕਰਦੇ ਆ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਤੇ ਅਸੀਂ ਤੁਰ ਕਿੱਧਰਲੇ ਪਾਸੇ ਪਏ। ਚੇਤੇ ਰੱਖੀਏ, ਕਬੂਲ ਕਰਨਾ ਸਿੱਖੀਏ, ਇਲਾਜ ਗੁਰੂ ਜੀ ਕਰ ਦੇਣਗੇ। ਸਰਵਣ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪੇਂਗੁਰੀਆ। ਅਸੀਂ ਪਿੰਗਲੇ ਤੇਰੇ ਦਰ ਤੇ ਪੁਕਾਰ ਕਰ ਰਹੇ ਹਾਂ। ਆਰਤ ਦਾ ਅਰਥ ਹੁੰਦਾ ਭਿਖਾਰੀ। ਅਸੀਂ ਭਿਖਾਰੀ ਹਾਂ ਤੁਹਾਡੇ ਦਰ ਦੇ, ਆਪਾਂ ਮਾਲਕ ਦੇ ਦਰ ਦੇ ਮੰਗਤੇ ਹਾਂ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਅਸੀਂ ਮੰਗਤੇ ਹਾਂ। ਇਹ ਤੇ ਐਸਾ ਦਰਬਾਰ ਹੈ ਜਿੱਥੇ ਕੋਈ ਭਾਵੇਂ ਅਰਬਪਤੀ ਕਰੋੜਪਤੀ ਆ ਜਾਏ, ਉਹ ਵੀ ਮੰਗਤਾ ਹੀ ਰਹੇਗਾ। ਕਿਉਂਕਿ ਇੱਥੇ ਦੇਣ ਵਾਲਾ ਸਭ ਤੋਂ ਵੱਡਾ ਮਾਲਕ ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੀ ਮਾਲਕ ਸਭ ਤੋਂ ਵੱਡਾ। ਆਪਾਂ ਸਾਰੇ ਭਿਖਾਰੀਆਂ ਹੀ। ਐਸਾ ਦਰਬਾਰ ਹੈ ਜਿੱਥੇ ਮਾਲਕਾਂ ਨੂੰ ਵੀ ਆਪਣੇ ਨੌਕਰਾਂ ਦੀਆਂ ਥਾਲੀਆਂ ਚੁੱਕਦੇ ਵੇਖਿਆ ਜਾਂਦਾ ਹੈ। ਇਹੀ ਦਰਬਾਰ ਹੈ ਨਾ ਐਸਾ। ਇੱਥੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਂਦਾ। ਇੱਥੇ ਸਾਰਿਆਂ ਨੂੰ ਬਰਾਬਰਤਾ ਹੈ। ਘਰ ਵਿੱਚ ਕੋਈ ਬਹੁਤ ਅਮੀਰ ਹੋਵੇ, ਨੌਕਰ ਰੱਖੇ ਹੋਣ, ਤੇ ਉਹ ਨੌਕਰ ਸੰਗਤ 'ਚ ਆ ਜਾਣ ਤੇ ਉਹ ਮਾਲਕ ਵੀ ਆ ਜਾਏ। ਬੈਠ ਕੇ ਪ੍ਰਸ਼ਾਦਾ ਛਕ ਰਹੇ ਨੇ ਨੌਕਰ ਜਿਹੜੇ ਉਹਦੇ ਘਰ 'ਚ ਲੱਗੇ ਨੇ, ਤੇ ਇੱਧਰ ਮਾਲਕ ਵੀ ਆ ਗਿਆ। ਉਹਨੇ ਪ੍ਰਸ਼ਾਦਾ ਪਹਿਲਾਂ ਛਕ ਲਿਆ, ਥਾਲੀ ਚੁੱਕੀ ਤੇ ਵੇਖਿਆ ਉਹਨਾਂ ਨੇ ਵੀ ਛਕ ਲਿਆ, ਤੇ ਆਪਣੇ ਨੌਕਰਾਂ ਦੀਆਂ ਥਾਲੀਆਂ ਵੀ ਚੁੱਕ ਕੇ ਲੈ ਜਾਂਦੇ। ਇਹ ਦਰਬਾਰ ਦੀ ਮਹਿਮਾ ਹੈ। ਕਿਉਂਕਿ ਇੱਥੇ ਭਿਖਾਰੀ ਆ ਨਾ ਸਾਰੇ। ਹੰਕਾਰ ਦਾ ਕਿੱਲਾ ਕੱਢ ਕੇ ਆਇਆ ਕਰੀਏ, ਕਹਿ ਦਿਆ ਕਰੀਏ, ਆਰਤ ਦੁਆਰ ਰਟਤ ਪਿੰਗੁਰੀਆ। ਸੀ ਪਿੰਗਲੇ ਪੁਕਾਰ ਕਰ ਰਹੇ ਆ, ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਮਾਲਕ ਜੀ ਕਰਦੇ ਵੀ ਨੇ। ਵਿਸ਼ਵਾਸ ਰੱਖੀਏ ਗੁਰੂ ਤੇ,
ਭਰੋਸਾ ਰੱਖੀਏ ਬਾਣੀ ਤੇ। ਇੱਥੇ ਮੈਂ ਇੱਕ ਬੇਨਤੀ ਕਰ ਜਾਵਾਂ, ਮੇਰੇ ਧਿਆਨ 'ਚ ਆ ਗਈ, ਵਿਸ਼ਵਾਸ ਤੋਂ, ਭਰੋਸੇ ਤੋਂ। ਕਈ ਵਾਰ ਨਾ ਸਾਡੇ ਮਨ 'ਚ ਖਿਆਲ ਆਉਂਦਾ ਹੈ ਵੀ ਬੜੇ ਜ਼ਾਲਮ ਲੋਕ ਗੁਰੂ ਦੀ ਬੇਅਦਬੀ ਕਰ ਰਹੇ ਨੇ। ਬਰਗਾੜੀ ਦੀਆਂ ਗਲੀਆਂ ਦੇ ਵਿੱਚ ਕਿਵੇਂ ਗੁਰੂ ਦੇ ਅੰਗ ਖਿਲਾਰੇ ਗਏ। ਹੁਣ ਜਿਨ੍ਹਾਂ ਨੇ ਗੁਰੂ ਨਾਲ ਮੱਥਾ ਲਾਇਆ, ਉਹਨਾਂ ਦੇ ਅੰਦਰ ਇੱਕ ਖਿਆਲ ਸੀ ਵੀ ਗੁਰੂ ਸਾਨੂੰ ਕੀ ਕਰ ਦੇਗਾ। ਭਰੋਸਾ ਨਹੀਂ ਸੀ ਨਾ, ਵਿਸ਼ਵਾਸ ਨਹੀਂ ਸੀ। ਉਹਨਾਂ ਸੋਚਿਆ ਵੀ ਇਹ ਤੇ ਇੱਕ ਕਿਤਾਬ ਹੈ, ਇਹੀ ਭਾਵਨਾ ਸੀ ਨਾ ਉਹਨਾਂ ਦੀ ਤਾਂ, ਵੀ ਇਹ ਸਾਨੂੰ ਕੀ ਕਰ ਦੇਣਗੇ ਗੁਰੂ ਜੀ। ਗੁਰੂ ਦੇ ਅੰਗਾਂ ਨੂੰ ਪਾੜ ਕੇ ਗਲੀਆਂ 'ਚ ਖਿਲਾਰ ਦਿੱਤਾ ਪਾਪੀਆਂ ਨੇ। ਚਿੱਠੀਆਂ ਲਿਖ ਕੇ, ਪੋਸਟਰ ਲਾ ਕੇ ਚੈਲੰਜ ਕੀਤਾ ਗਿਆ। ਹੁਣ ਤੁਸੀਂ ਵੇਖੋ, ਸਾਡੇ ਸਾਹਮਣੇ ਸਾਰਾ ਕੁਝ ਹੈ। ਜਿਨ੍ਹਾਂ ਨੇ ਇਹ ਬੇਅਦਬੀ ਕਰਵਾਈ ਜਾਂ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ, ਜਿਨ੍ਹਾਂ ਨੇ ਸਾਥ ਦਿੱਤਾ ਸੀ, ਜਿਹੜੀਆਂ ਸੰਗਤਾਂ ਕੋਟਕਪੁਰੇ ਦੀ ਧਰਤੀ ਤੇ ਬੈਠ ਕੇ ਇਨਸਾਫ ਦੀ ਮੰਗ ਕਰ ਰਹੀਆਂ ਸੀ ਵੀ ਉਹਨਾਂ ਦੋਸ਼ੀਆਂ ਨੂੰ ਕਾਬੂ ਕਰੋ, ਬਾਣੀ ਪੜ੍ਹਦੀਆਂ ਸੰਗਤਾਂ ਦੇ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਪਾ ਦਿੱਤੀਆਂ। ਇੱਥੇ ਬਸ ਨਹੀਂ, ਗੋਲੀਆਂ ਚਲਾ ਦਿੱਤੀਆਂ। 2 ਸਿੰਘ ਸ਼ਹੀਦ ਹੋ ਗਏ। ਜਿਨ੍ਹਾਂ ਨੇ ਇਹ ਕੁਝ ਕੀਤਾ, ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ, ਅੱਜ ਉਹਨਾਂ ਦੇ ਕੀ ਹਾਲਾਤ ਨੇ ਜੀ। ਗੁਰੂ ਨਾਲ ਮੱਥਾ ਲਾਇਆ, ਉਹਨਾਂ ਦੇ ਹਾਲਾਤ ਏਦਾਂ ਹੋਣੇ ਸੀ। ਜਿਨ੍ਹਾਂ ਨੇ ਗੁਟਕਾ ਸਾਹਿਬ ਚੱਕ ਕੇ ਝੂਠੀਆਂ ਸੌਹਾਂ ਖਾਧੀਆਂ, ਉਹਨਾਂ ਦੇ ਹਾਲਾਤ ਕੀ ਬਣੇ। ਗੁਰੂ ਨੂੰ ਐਵੇਂ ਨਹੀਂ ਜਾਣਨਾ ਚਾਹੀਦਾ, ਬਾਣੀ ਸੱਚ ਆਖਦੀ ਏ। ਜੇ ਗੁਰੂ ਨਾਲ ਮੱਥਾ ਲਾਵਾਂਗੇ ਨਾ, ਇਹ ਮਾਲਕ ਦੀ ਸਮਰੱਥਾ ਹੈ। ਨਦਰ ਪੱਠੀ ਜੇ ਕਰੇ ਸੁਲਤਾਨਾ, ਘਾ ਕਰਾਏਂਦਾ ਦਰ ਮੰਗਨ ਭਿੱਖ ਨਾ ਪਾਏਂਦਾ। ਮੰਗ ਤੇ ਬਣਾ ਦਿੰਦਾ, ਰਾਜਿਆਂ ਨੂੰ ਵੀ ਬਣਾਏ ਹਨ, ਸਾਹਮਣੇ ਸਾਡੇ ਸਾਰਾ ਕੁਝ। ਆਪਣੀ ਰਾਜ ਗੱਦੀ ਦਾ ਹੀ ਇੰਨਾ ਮਾਣ ਹੋ ਗਿਆ ਕਿ ਗੁਰੂ ਨਾਲ ਮੱਥਾ ਲਾ ਲਿਆ। ਬੇਅਦਬੀ ਕਰਨ ਵਾਲਿਆਂ ਦੇ ਡੇਰਿਆਂ 'ਚ ਜਾ ਕੇ ਸ਼ਰੇਆਮ ਸਾਥ ਦਿੱਤਾ ਗਿਆ। ਇਸ ਕਰਕੇ ਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ, ਕਿਉਂਕਿ ਇੱਥੇ ਆਪਾਂ ਰੋਜ਼ ਪੜ੍ਹਦੇ ਹਾਂ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਇੱਥੇ ਆਕੜ ਨਹੀਂ ਚੱਲਦੀ, ਗੁਰੂ ਨਾਲ ਮੱਥਾ ਨਹੀਂ ਲਾਉਣਾ, ਜਿੰਨਾ ਹੋ ਸਕੇ ਬਾਣੀ ਦਾ ਸਤਿਕਾਰ ਕਰਨਾ ਤੇ ਭਰੋਸਾ ਰੱਖੀਏ। ਗੁਰੂ ਜੀ ਇਨਸਾਫ ਕਰਦੇ ਨੇ, ਤੇਰੇ ਘਰ ਸਦਾ ਸਦਾ ਹੈ ਨਿਆਉ। ਸਤਿਗੁਰ ਸਭਨਾ ਕਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਇਸ ਕਰਕੇ ਗੁਰੂ ਤੇ ਜਦੋਂ ਯਕੀਨ ਰੱਖ ਕੇ ਤੁਰਦੇ ਹਨ ਨਾ, ਫਿਰ ਗੁਰੂ ਬਖਸ਼ਿਸ਼ ਕਰਦਾ ਹੈ। ਜੋ ਜਿੱਦਾਂ ਦੇ ਕਰਮ ਕਰਦਾ ਉਹਨੂੰ ਉਦਾਂ ਦਾ ਫਲ ਦੇ ਦਿੰਦੇ ਨੇ ਮਾਲਕ ਜੀ। ਜੇ ਆਪਾਂ ਆਹ ਅਰਦਾਸ ਕਰਾਂਗੇ, ਆਹ ਕਰਮ ਕਰਾਂਗੇ, ਸਾਡੇ ਤੇ ਬਖਸ਼ਿਸ਼ ਹੋਏਗੀ। ਬੇਨਤੀ ਕਰੀਏ, ਦੀਨਾਨਾਥ ਅਨਾਥ ਕਰਣਾ ਮੈਂ, ਆਰਤ ਦੁਆਰ ਰਟਤ ਪੇਂਗੁਰੀਆ। ਦੀਨਾਨਾਥ ਅਨਾਥ ਕਰਣਾ ਮੈਂ, ਸਾਜਨ ਮੀਤ ਪਿਤਾ ਮਹਤਰੀਆ। ਦੀਨਾਨਾਥ, ਜੋ ਦੀਨਾਂ ਦਾ ਨਾਥ ਹੈ, ਜੋ ਗਰੀਬਾਂ ਦਾ ਸਹਾਰਾ ਹੈ, ਜੋ ਯਤੀਮਾਂ ਦਾ ਸਹਾਰਾ ਹੈ। ਅਨਾਥ ਦਾ ਅਰਥ ਯਤੀਮ। ਸਤਿਗੁਰੂ ਜੀ ਉਹਨਾਂ ਤੇ ਵੀ ਕਿਰਪਾ ਕਰਨ ਵਾਲੇ ਨੇ, ਕਿਉਂਕਿ ਸਾਰਿਆਂ ਦੇ ਮਾਲਕ ਨੇ। ਹੁਣ ਆਪਾਂ ਵੀ ਸਿੱਖਿਆ ਲੈ ਲਈਏ, ਮਾਲਕ ਜੀ ਦੀਨਾਂ ਦੇ ਉੱਤੇ, ਗਰੀਬਾਂ ਉੱਤੇ, ਯਤੀਮਾਂ ਦੇ ਉੱਤੇ ਮਿਹਰ ਕਰਨ ਵਾਲੇ ਨੇ। ਹੁਣ ਅਸੀਂ ਵੇਖੀਏ, ਕੀ ਸਾਨੂੰ ਗਰੀਬਾਂ ਉੱਤੇ ਤਰਸ ਆਉਂਦਾ? ਜੇ ਤਰਸ ਨਹੀਂ ਨਾ ਆਉਂਦਾ, ਸਤਿਗੁਰੂ ਜੀ ਕਹਿਣ ਲੱਗੇ, ਗਰੀਬਾ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਤੂੰ ਗਰੀਬਾਂ ਦੇ ਉੱਤੇ ਰੋਹ ਪਾਉਨੇ, ਆਪਣੀ ਤਾਕਤ ਦਾ, ਆਪਣੇ ਰੁਪਏ ਪੈਸੇ ਦਾ, ਤੂੰ ਗਰੀਬ ਮਾਰ ਕਰਦਾ। ਪਰਮਾਤਮਾ ਨੂੰ ਤੇਰੀ ਫਿਰ ਦਾੜੀ ਵੀ ਪ੍ਰਵਾਨ ਨਹੀਂ ਹੋਣੀ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਆਹ ਦਾੜੀਆਂ ਪ੍ਰਵਾਨ ਨੇ। ਉਹ ਦਾੜਾ ਸੋਹਣਾ ਲੱਗਦਾ ਮੁੱਖ ਦੇ ਉੱਤੇ, ਜਿਹੜਾ ਗੁਰੂ ਅਨੁਸਾਰੀ ਹੋ ਕੇ ਚੱਲਦਾ ਹੈ। ਗੁਰੂ ਪਿਤਾ ਜੀ ਕਹਿੰਦੇ, ਤੂੰ ਗਰੀਬਾਂ ਦਾ ਸਹਾਰਾ ਬਣ, ਲੋੜਵੰਦਾਂ ਦੀ ਮਦਦ ਕਰਿਆ ਕਰ, ਜਾਤ ਪਾਤ ਤੋਂ ਉੱਪਰ ਉੱਠ। ਤੇ ਅਸੀਂ ਤੇ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾਉਣ ਲੱਗ ਗਏ, ਜਾਤ ਪਾਤ ਦੇ ਆਧਾਰ ਤੇ ਗੁਰਦੁਆਰੇ ਬਣ ਰਹੇ ਨੇ। ਅਸੀਂ ਤੇ ਆਪ ਪੰਡੇ ਜਾ ਰਹੇ ਹਾਂ,
ਬਾਟੇ ਵੰਡ ਦਿੱਤੇ, ਗੁਰਦੁਆਰੇ ਵੰਡ ਦਿੱਤੇ, ਕਈਆਂ ਨੇ ਤੇ ਪੰਗਤਾਂ ਹੀ ਵੰਡ ਛੱਡੀਆਂ। ਪੰਗਤਾਂ ਵੀ ਆ ਜ਼ਿਮੀਂਦਾਰਾਂ ਦੇ ਭਾਂਡੇ ਨੇ, ਆ ਜੀ ਨੀਵੀਆਂ ਜਾਤਾਂ ਵਾਲਿਆਂ ਦੇ ਭਾਂਡੇ ਨੇ। ਗੁਰੂ ਜੀ ਤੇ ਸਮਝਾਉਂਦੇ ਨੇ ਮੈਂ ਤੇ ਉਹਨਾਂ ਦੇ ਨਾਲ ਖੜਾ ਜਿਨ੍ਹਾਂ ਨੂੰ ਵੱਡੀਆਂ ਜਾਤਾਂ ਵਾਲੇ ਲਤਾੜ ਕੇ ਰੱਖਦੇ ਨੇ। ਇਸ ਕਰਕੇ ਆਪਾਂ ਵੀ ਇਹ ਗੁਣ ਲੈ ਕੇ ਆਈਏ, ਜੇ ਮਾਲਕ ਜੀ ਦੀਨਾਂ ਤੇ ਕਿਰਪਾ ਕਰਨ ਵਾਲੇ ਆ, ਆਪਾਂ ਵੀ ਉਹਨਾਂ ਦਾ ਸਹਾਰਾ ਬਣੀਏ। ਆਪਣੇ ਜੋ ਵੀ ਕਮਾਈ ਆ ਨਾ ਉਹਦੇ ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨੀ ਸ਼ੁਰੂ ਕਰੀਏ। ਫਿਰ ਵੇਖਿਓ ਬਰਕਤਾਂ ਵੀ ਕਿਵੇਂ ਪੈਂਦੀਆਂ ਨੇ। ਦਸਵੰਧ ਲਾਜ਼ਮੀ ਕੱਢਣਾ ਸ਼ੁਰੂ ਕਰੀਏ, ਲੋੜਵੰਦਾਂ ਤੇ ਲਾਉਣਾ ਸ਼ੁਰੂ ਕਰੀਏ। ਦੀਨਾਨਾਥ ਅਨਾਥ ਕਰਨਾ ਮੈਂ, ਸਾਜਨ ਮੀਤ ਪਿਤਾ ਮਹਤਰੀਆ। ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਮਿੱਤਰ ਹੈ, ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਂ ਹੈ ਮਹਤਰੀਆ। ਅਸੀਂ ਕਹਿੰਦੇ ਹਾਂ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਤੂੰ ਮੇਰਾ ਬੰਦਪ, ਤੂੰ ਮੇਰਾ ਰਾਖਾ ਸਭਨੀ ਤਾਂ ਪਉ ਕੇਹਾ। ਅਸੀਂ ਪੜ੍ਹਦੇ ਹਾਂ, ਤੁਸੀਂ ਸਾਡੇ ਮਾਤਾ ਪਿਤਾ ਹੋ, ਤੁਸੀਂ ਸਾਡੇ ਭਰਾ ਹੋ, ਤੁਸੀਂ ਸਾਡੇ ਰਿਸ਼ਤੇਦਾਰ ਹੋ। ਤੇ ਮਾਫ ਕਰਨਾ, ਜਦੋਂ ਕੋਈ ਕੰਮ ਕਰਨਾ ਹੋਵੇ, ਪ੍ਰੋਗਰਾਮ ਕਰਨਾ ਹੋਵੇ, ਫਿਰ ਕੀ ਕਹਿੰਦੇ ਆ, ਕਿਤੇ ਸਾਡੇ ਰਿਸ਼ਤੇਦਾਰ ਨਾ ਰੁੱਸ ਜਾਣ। ਪੁੱਤ ਦਾ ਵਿਆਹ ਕਰਨਾ, ਗੁਰੂ ਕਹਿੰਦੇ ਗੁਰਮਤ ਅਨੁਸਾਰ ਕਰ। ਧੀ ਦਾ ਵਿਆਹ ਕਰਨਾ, ਗੁਰੂ ਕਹਿੰਦੇ ਤੂੰ ਗੁਰੂ ਦੀ ਮੱਤ ਨੂੰ ਮੁੱਖ ਰੱਖ। ਤੇ ਉਦੋਂ ਅਸੀਂ ਰਿਸ਼ਤੇਦਾਰਾਂ ਦੀ ਮੱਤ ਅੱਗੇ ਰੱਖਦੇ ਆ ਨਾ। ਕਿਤੇ ਮੁੰਡੇ ਦਾ ਫੁੱਫੜ ਨਾ ਰੁੱਸ ਜੇ, ਮਾਮਾ ਨਾ ਰੁੱਸ ਜਾਏ। ਗੁਰੂ ਜੀ ਹੈਰਾਨ, ਸਤਿਗੁਰੂ ਜੀ ਆਖਦੇ ਨੇ ਪੁੱਤ ਹੁਣੇ ਤੇ ਤੂੰ ਕਹਿ ਕੇ ਹਟਿਆ ਸੀ ਤੂੰ ਹੀ ਮੇਰਾ ਮਾਤਾ ਪਿਤਾ, ਤੂੰ ਹੀ ਮੇਰਾ ਭਰਾ, ਤੂੰ ਹੀ ਮੇਰਾ ਰਿਸ਼ਤੇਦਾਰ, ਹੁਣੇ ਤੂੰ ਬਦਲ ਗਿਆ। ਗੁਰੂ ਨੂੰ ਮੁੱਖ ਰੱਖੀਏ, ਗੁਰੂ ਹੀ ਸਭ ਕੁਝ ਹੈ। ਬਾਕੀ ਰਿਸ਼ਤੇ ਨਾਤੇ ਤੇ ਆਪ ਹੀ ਉਸਤਤ ਕਰਨ ਲੱਗ ਜਾਂਦੇ ਨੇ। ਜਦੋਂ ਆਪਾਂ ਗੁਰੂ ਦੀ ਵਡਿਆਈ ਕਰਦੇ ਹਾਂ, ਉਹ ਤੇ ਆਪੇ ਤੁਹਾਨੂੰ ਪੁੱਛਣਗੇ ਵੀ ਤੁਹਾਡਾ ਜੀਵਨ ਕਿਵੇਂ ਬਦਲੇ ਹੈ। ਉਹ ਤਾਂ ਥੋੜੇ ਸਮੇਂ ਲਈ ਹੁੰਦਾ ਹੈ। ਅਸੀਂ ਉਹਨਾਂ ਦੇ ਪ੍ਰਭਾਵ ਹੇਠਾਂ ਨਹੀਂ ਆਉਣਾ। ਜਿਹਨੂੰ ਕਬੂਲ ਕੀਤਾ ਹੈ ਨਾ ਵੀ ਤੂੰ ਹੀ ਮੇਰਾ ਸਭ ਕੁਝ ਹੈ, ਉਹਦੇ ਪ੍ਰਭਾਵ ਹੇਠਾਂ ਆਈਏ। ਜੋ ਸਾਡਾ ਸਾਥ ਨਿਭਾਉਣ ਵਾਲਾ ਹੈ, ਉਹਦੇ ਬਚਨਾਂ ਨੂੰ ਕਮਾਈਏ। ਅਖੀਰ ਤੇ ਆ ਕੇ ਸਮਝਾਉਂਦੇ ਨੇ, ਚਰਨ ਕਵਲ ਹਿਰਦੈ ਗਹਿ ਨਾਨਕ, ਭੈ ਸਾਗਰ ਸੰਤ ਪਾਰ ਉਤਰੀਆ। ਤੂੰ ਮਾਲਕ ਜੀ ਦੇ ਸੋਹਣੇ ਚਰਨਾਂ ਨੂੰ ਹਿਰਦੇ 'ਚ ਵਸਾ। ਮਾਲਕ ਦੇ ਚਰਨ ਕਿਹੜੇ ਨੇ? ਰੱਬੀ ਬਾਣੀ। ਇਸ ਬਾਣੀ ਨੂੰ ਆਪਣੇ ਅੰਦਰ ਲੈ ਕੇ ਜਾ। ਇਹ ਜਿਹੜਾ ਸਾਗਰ ਹੈ ਨਾ, ਸੰਸਾਰ ਸਮੁੰਦਰ, ਇਹਨੂੰ ਮਾਲਕ ਜੀ ਦੇ ਚਰਨਾਂ ਨੂੰ ਫੜ ਕੇ ਪਾਰ ਕੀਤਾ ਜਾ ਸਕਦਾ ਹੈ। ਬਾਣੀ ਨਾਲ ਜੁੜ ਕੇ ਹੀ ਅਸੀਂ ਸੰਸਾਰ ਸਮੁੰਦਰ ਤੋਂ, ਇਸ ਭਵਜਲ ਤੋਂ ਪਾਰ ਹੋ ਸਕਦੇ ਹਾਂ। ਇੱਥੇ ਭਵਜਲ ਹੈ। ਗੁਰੂ ਜੀ ਸਮਝਾਉਂਦੇ ਨੇ, ਪੁੱਤ ਕੋਈ ਉੱਤੇ ਭਵਜਲ ਨਹੀਂ ਬਣਿਆ, ਆ ਸੰਸਾਰ ਸਾਗਰ ਹੀ ਭਵਜਲ ਹੈ। ਮਾਇਆ ਮੋਹ ਭਵਜਲ ਹੈ ਅਬਦੂ। ਜਦੋਂ ਅਸੀਂ ਮਾਇਆ ਦੇ ਮੋਹ ਵਿੱਚ ਪੈਂਦੇ ਹਾਂ, ਉਦੋਂ ਅਸੀਂ ਭਵਜਲ ਵਿੱਚ ਡੁੱਬ ਰਹੇ ਹੁੰਦੇ ਹਾਂ। ਮਾਇਆ ਦਾ ਮੋਹ ਭਵਜਲ ਬਣ ਜਾਂਦਾ ਹੈ। ਸਤਿਗੁਰੂ ਜੀ ਆਖਦੇ ਨੇ, ਪੁੱਤ ਮੋਹ ਕਿਸੇ ਵੀ ਚੀਜ਼ ਦਾ ਚੰਗਾ ਨਹੀਂ ਹੁੰਦਾ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਅਲੇ। ਗੁਰੂ ਜੀ ਕਹਿਣ ਲੱਗੇ, ਮੈਂ ਡੁੱਬਦਿਆਂ ਨੂੰ ਵੇਖਿਆ ਜਿਹੜੇ ਮੋਹ ਦੇ ਚਿੱਕੜ 'ਚ ਫਸ ਗਏ, ਉਹਨਾਂ ਤੋਂ ਪੈਰ ਵੀ ਨਹੀਂ ਪੁੱਟਿਆ ਜਾ ਰਿਹਾ। ਹੁਣ ਅਸੀਂ ਵੀ ਬਚਣ, ਮਾਇਆ ਦੇ ਮੋਹ ਤੋਂ ਬਚੀਏ। ਮਾਇਆ ਵੀ ਇਕੱਲੀ ਰੁਪਏ ਪੈਸੇ ਦੀ ਮਾਇਆ ਨਹੀਂ ਹੁੰਦੀ, ਉਹ ਹਰ ਇੱਕ ਚੀਜ਼ ਮਾਇਆ ਹੈ ਜੋ ਸਾਨੂੰ ਰੱਬ ਜੀ ਤੋਂ ਦੂਰ ਲੈ ਕੇ ਜਾ ਰਹੀ ਆ। ਰੁਪਏ ਪੈਸੇ ਨੂੰ ਆਪਾਂ ਤਾਂ ਮਾਇਆ ਕਹਿ ਦਿੰਦੇ ਆ ਕਿਉਂਕਿ ਇਹਦੇ ਨਾਲ ਆਪਾਂ ਉਹ ਚੀਜ਼ਾਂ ਖਰੀਦਦੇ ਹਾਂ, ਇਹਨੂੰ ਤਾਂ ਮਾਇਆ ਕਿਹਾ ਜਾਂਦਾ ਹੈ। ਰੁਪਏ ਪੈਸੇ ਕਮਾਉਣੇ ਨੇ ਮਿਹਨਤ ਦੀ ਕਮਾਈ ਦੇ ਨਾਲ, ਪਰ ਜਦੋਂ ਇਹ ਤੇ ਮੋਹ ਬਣਦਾ ਹੈ ਨਾ, ਫੇਰ ਹੀ ਬੰਦਾ ਨਕਲੀ ਦੁੱਧ ਤਿਆਰ ਕਰਦਾ ਹੈ, ਫੇਰ ਹੀ ਨਕਲੀ ਖੋਆ ਬਣਦਾ। ਲਾਲਚ ਆ ਗਿਆ ਨਾ, ਮੋਹ ਪੈ ਗਿਆ, ਛੇਤੀ ਕਮਾ ਲਾਂ, ਫੇਰ ਹੀ ਨਕਲੀ ਪਨੀਰ ਬਣਦਾ ਹੈ, ਫੇਰ ਹੀ ਰਿਸ਼ਵਤ ਖੋਰੀਆਂ ਹੁੰਦੀਆਂ ਨੇ, ਫੇਰ ਹੀ ਕਰਪਸ਼ਨ ਹੈ, ਭ੍ਰਿਸ਼ਟਾਚਾਰ ਹੈ, 2 ਨੰਬਰ ਦੀ ਕਮਾਈ। ਕਿਉਂ? ਕਿਉਂਕਿ ਮੋਹ ਪੈ ਗਿਆ ਵੀ ਛੇਤੀ ਕਮਾ ਲਾਂ, ਮੈਂ
ਛੇਤੀ ਆਪਣੇ ਘਰੇ ਲੈ ਜਾਵਾਂ, ਫੇਰ ਹੀ ਗਰੀਬ ਦਾ ਹੱਕ ਮਾਰਦੇ ਆ। ਮੋਹ ਚ ਨਹੀਂ ਪੈਣਾ, ਮਿਹਨਤ ਦੀ ਕਮਾਈ ਨਾਲ, ਇਮਾਨਦਾਰੀ ਨਾਲ ਜਿੰਨੀ ਮਰਜ਼ੀ ਕਮਾਓ, ਉਹ ਹਰ ਇੱਕ ਚੀਜ਼ ਮਾਇਆ ਬਣ ਜਾਂਦੀ ਹੈ ਜਿਹਦਾ ਮੋਹ ਪੈ ਜੇ ਸਾਡੇ ਉੱਤੇ, ਜੋ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਵੇ। ਜਿਵੇਂ ਵੇਖੋ ਮੋਬਾਈਲ ਫੋਨ ਆਪਾਂ ਰੁਪਈਆਂ ਨਾਲ ਖਰੀਦਦੇ ਹਾਂ ਨਾ, ਕਈ ਵਾਰ ਸਾਡਾ ਮੋਬਾਈਲ ਦੇ ਨਾਲ ਇੰਨਾ ਕੁ ਮੋਹ ਪੈ ਜਾਂਦਾ ਹੈ, ਜੇ ਕਿਤੇ ਉਹ ਮੋਬਾਈਲ ਸਾਡਾ ਬੱਚਾ ਚੁੱਕ ਲਵੇ, ਘਰੇ ਲੜਾਈ ਹੋ ਜਾਂਦੀ ਹੈ, ਮੇਰੇ ਫੋਨ ਨੂੰ ਹੱਥ ਕਿਵੇਂ ਲਾਇਆ। ਕਿਤੇ ਉਹ ਮੋਬਾਈਲ ਪਤਨੀ ਚੁੱਕ ਲਵੇ, ਝਗੜਾ ਹੋ ਜਾਂਦਾ, ਮੇਰੇ ਫੋਨ ਨੂੰ ਕਿਵੇਂ ਚੁੱਕੇ। ਰਿਸ਼ਤਿਆਂ ਨਾਲੋਂ ਜ਼ਿਆਦਾ ਕਿਤੇ ਤੇ ਰਿਸ਼ਤਿਆਂ 'ਚ ਪਿਆਰ ਹੋਣਾ ਚਾਹੀਦਾ ਸੀ, ਰਿਸ਼ਤਿਆਂ ਤੋਂ ਵੱਧ ਕੇ ਮੋਹ ਮੋਬਾਈਲ ਨਾਲ ਪਿਆ ਹੋਇਆ ਹੈ। ਕਿੰਨਾ ਮੋਹ ਪੈ ਗਿਆ, 12-1 ਵੱਜ ਜਾਂਦਾ ਰਾਤ ਦਾ, ਮੋਬਾਈਲ ਤੇ ਲੱਗੇ ਪਏ ਆ। ਫੇਸਬੁੱਕ ਵਾਲੇ ਫਰੈਂਡ, ਇੰਸਟਾਗ੍ਰਾਮ ਵਾਲੇ ਫਰੈਂਡ। ਚੇਤੇ ਰੱਖੋ, ਜਦੋਂ ਕੋਈ ਸਰੀਰ ਦੇ ਉੱਤੇ ਪ੍ਰੋਬਲਮ ਆਉਂਦੀ ਆ ਨਾ, ਕੋਈ ਬਿਮਾਰੀ ਆਉਂਦੀ ਆ, ਹੌਸਪੀਟਲ ਦੇ ਵਿੱਚ ਫਿਰ ਫੇਸਬੁੱਕ ਵਾਲੇ ਫਰੈਂਡ ਨਹੀਂ ਆਉਂਦੇ, ਉਹ ਤੇ ਉਹੀ ਆਉਂਦੇ ਨੇ ਜਿਹੜੇ ਘਰ ਦੇ ਨੇ, ਜਿਨ੍ਹਾਂ ਨਾਲ ਗੱਲ ਵੀ ਨਹੀਂ ਕਰਦੇ। ਸੋ ਟਾਈਮ ਕੱਢੀਏ ਰਿਸ਼ਤਿਆਂ ਦੇ ਲਈ ਵੀ। ਹੁਣ ਜੇ ਰਾਤ ਨੂੰ 12-12 ਵਜੇ ਤੱਕ, 1 ਵਜੇ ਤੱਕ ਫੋਨ ਤੇ ਲੱਗੇ ਪਏ ਆ, ਸਵੇਰੇ 4 ਵਜੇ ਤੇ ਉੱਠਿਆ ਨਹੀਂ ਜਾਣਾ। ਮੋਬਾਈਲ ਫੋਨ ਦੇ ਕਰਕੇ ਅਸੀਂ ਅੰਮ੍ਰਿਤ ਵੇਲਾ ਨਹੀਂ ਸੰਭਾਲ ਪਾ ਰਹੇ। ਇਹ ਮੋਬਾਈਲ ਫੋਨ ਸਾਡੇ ਲਈ ਮਾਇਆ ਬਣ ਗਿਆ। ਸਹੀ ਵਰਤੋਂ ਕਰੋ, ਸੀਮਤ ਵਰਤੋਂ ਕਰੋ, ਥੋੜੇ ਟਾਈਮ ਲਈ ਕਰੋ, ਟਾਈਮ ਟੇਬਲ ਬਣਾ ਲਓ ਵੀ ਇੰਨੇ ਘੰਟੇ ਚਲਾਉਣਾ ਹੈ। ਜੀਵਨ ਦੇ ਵਿੱਚੋਂ ਟਾਈਮ ਕੱਢ ਲਓ, ਇਹ ਥੋੜੀ ਦੇਰ, ਥੋੜਾ ਸਮਾਂ ਹੀ ਅਸੀਂ ਚਲਾਉਣਾ ਹੈ। ਸਹੀ ਵਰਤੋਂ ਕਰੋ, ਮੁਬਾਰਕ ਹੈ, ਪਰ ਇਹਨੂੰ ਮਾਇਆ ਨਹੀਂ ਬਣਾਉਣਾ। ਅਸੀਂ ਗਲਤ ਵਰਤੋਂ ਨਹੀਂ ਕਰਨੀ। ਇਹਦੇ ਕਰਕੇ ਜੇ ਅੰਮ੍ਰਿਤ ਵੇਲਾ ਖੁੰਝ ਰਹੀ ਹੈ, ਫਿਰ ਇਹ ਮਾਇਆ ਬਣਿਆ ਹੋਇਆ ਹੈ। ਘਰ 'ਚ ਟੀਵੀ ਲੱਗੇ ਨੇ, ਉਧਰੋਂ ਪਤਾ ਹੈ ਵੀ ਸੋਦਰ ਦਾ ਟਾਈਮ ਹੋ ਗਿਆ, ਸੰਗਤ ਦਾ ਟਾਈਮ ਹੋ ਗਿਆ, ਟੀਵੀ ਤੇ ਲੱਗੇ ਪਏ ਆ, ਨਾਟਕ ਵੇਖਣਾ, ਕੋਈ ਸੀਨ ਲੰਘ ਨਾ ਜਾਏ। ਟੀਵੀ ਵੀ ਮਾਇਆ ਬਣ ਗਿਆ ਸਾਡੇ ਲਈ, ਕਿਉਂਕਿ ਉਹਦੀ ਵਜ੍ਹਾ ਕਰਕੇ ਅਸੀਂ ਨਿਤਨੇਮ ਨਹੀਂ ਕਰ ਪਾ ਰਹੇ। ਉਹ ਹਰ ਇੱਕ ਚੀਜ਼ ਮਾਇਆ ਹੈ ਜਿਹੜੀ ਸਾਨੂੰ ਨਾਮ ਤੋਂ, ਬਾਣੀ ਤੋਂ ਦੂਰ ਲੈ ਕੇ ਜਾਂਦੀ ਆ, ਤੇ ਇਹੀ ਭਵਜਲ ਹੈ। ਸੋ ਇਸ ਭਵਜਲ ਤੋਂ ਗੁਰੂ ਦੀ ਬਾਣੀ ਦਾ ਪੱਲਾ ਫੜ